8ਵੀਂ ਕਲਾਸ ਦੇ ਮੇਰੇ ਵਿਦਿਆਰਥੀਓ, ਸਾਲ 2022-23 ਮਾਰਚ 2023 ਦੇ ਵਿੱਚ ਜਾਂ ਫਰਵਰੀ 2023 ਦੇ ਵਿੱਚ ਤੁਹਾਡੇ ਪੇਪਰ ਸ਼ੁਰੂ ਹੋਣ ਜਾ ਰਹੇ ਨੇ। ਮੈਥ ਵਿਸ਼ੇ ਦਾ ਪੇਪਰ ਸਰਕਾਰ ਵੱਲੋਂ ਇੱਕ ਸੈਂਪਲ ਪੇਪਰ ਭੇਜਿਆ ਗਿਆ ਕਿ ਇਸ ਤਰ੍ਹਾਂ ਦਾ ਤੁਹਾਡਾ ਜਿਹੜਾ ਪੇਪਰ ਤਿਆਰ ਹੋਏਗਾ, ਕਿਸ ਤਰ੍ਹਾਂ ਤੁਹਾਡੇ ਚੈਪਟਰ ਦੇ ਵਿੱਚੋਂ ਕਿੱਦਾਂ ਦੇ 1 ਮਾਰਕ 2 ਮਾਰਕ 4 ਮਾਰਕ 6 ਮਾਰਕ ਕੁਐਸਚਨਸ ਹੋਣਗੇ। ਇਹ ਸਾਰਾ ਉਹਨਾਂ ਨੇ ਦੱਸਿਆ ਹੈ। ਤੇ ਇਸ ਵੀਡੀਓ ਦੇ ਵਿੱਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਸਵਾਲਾਂ ਨੂੰ ਹੱਲ ਕਿਵੇਂ ਕੀਤਾ ਜਾਣਾ ਸੀਗਾ, ਕਿ ਤੁਸੀਂ ਕਿਸ ਤਰੀਕੇ ਨਾਲ ਕੁਐਸਚਨ ਨੂੰ ਹੱਲ ਕਰੋ ਕਿ ਤੁਹਾਡਾ ਪੇਪਰ 3 ਘੰਟੇ ਵਿੱਚ ਖਤਮ ਹੋ ਜਾਏ। ਕਈ ਵਾਰੀ ਅਸੀਂ ਕੀ ਕਰਦੇ ਹਾਂ, ਕੁਐਸਚਨ ਬਹੁਤ ਲੰਬੇ ਮੈਥਡ ਨਾਲ ਕਰਦੇ ਹਾਂ ਅਤੇ ਕੁਐਸਚਨ ਪੇਪਰ 3 ਘੰਟੇ 'ਚ ਖਤਮ ਹੀ ਨਹੀਂ ਹੁੰਦਾ। ਮੈਂ ਥੋੜ੍ਹਾ ਬਰੀਫ ਕਰਾਂਗਾ ਤੁਹਾਨੂੰ। ਸਭ ਤੋਂ ਪਹਿਲਾਂ ਭਾਗ ਊੜੇ ਦੇ ਵਿੱਚ 16 ਪ੍ਰਸ਼ਨ ਆਉਣੇ ਨੇ, ਇੱਕ ਨੰਬਰ ਵਾਲੇ ਬਹੁ ਵਿਕਲਪੀ, ਜਿਹਦੇ 4 ਆਪਸ਼ਨ 'ਚੋਂ ਇੱਕ ਆਪਸ਼ਨ ਟਿਕ ਕਰਨਾ। ਫਿਰ 8 ਪ੍ਰਸ਼ਨ ਆਉਣੇ ਆ ਇੱਕ ਨੰਬਰ ਵਾਲੇ, ਪਰ ਸਹੀ ਜਾਂ ਗਲਤ ਤੋਂ ਟਿਕ ਕਰਨਾ। ਫਿਰ 8 ਕੁਐਸਚਨ ਆਉਣੇ ਨੇ ਖਾਲੀ ਥਾਵਾਂ ਵਾਲੇ, ਉਹ ਵੀ 1 ਨੰਬਰ ਦੇ। ਮਤਲਬ ਤੁਹਾਡਾ ਸੈਕਸ਼ਨ ਏ ਜਿਹੜਾ ਹੈ 32 ਨੰਬਰਾਂ ਦਾ ਹੈ। ਅਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ 80 ਦੇ ਵਿੱਚੋਂ ਬੇਟਾ ਜੀ 27 ਵਾਲਾ ਪਾਸ ਹੈ। ਪਾਸ ਦੀ ਗੱਲ ਕਰ ਰਹੇ ਹਾਂ ਬੇਟਾ, ਸਿਰਫ ਪਾਸ ਦੀ। ਇਟ ਮੀਨ ਜੇ ਸਾਡਾ ਪਹਿਲਾ ਭਾਗ ਊੜਾ ਵੀ ਚੰਗੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਤਾਂ ਵੀ ਅਸੀਂ ਪਾਸ ਹੋ ਸਕਦੇ ਹਾਂ। ਨੰਬਰ ਲੈਣ ਲਈ ਅਸੀਂ ਹੋਰ ਵੀ ਤਿਆਰੀ ਕਰਾਂਗੇ। 4 ਤੋਂ 11 ਤੱਕ ਤੁਹਾਡੇ ਕੋਲ 2-2 ਅੰਕ ਵਾਲੇ ਸਵਾਲ ਨੇ। 8 ਸਵਾਲ ਹੁੰਦੇ ਨੇ ਬੇਟਾ, 8 ਸਵਾਲ ਮਤਲਬ 16 ਨੰਬਰ ਤੁਹਾਡੇ ਇਹ ਹੋ ਗਏ। 12 ਤੋਂ 16 ਤੱਕ ਤੁਹਾਡੇ ਜਿਹੜੇ ਹੈ 4-4 ਨੰਬਰ ਵਾਲੇ 20 ਨੰਬਰ ਇੱਥੋਂ ਮਿਲਣਗੇ। ਅਤੇ 17 ਤੇ 18 2 ਸਵਾਲ 6-6 ਨੰਬਰ ਦੇ 12 ਨੰਬਰ ਇੱਥੋਂ ਮਿਲਣਗੇ ਬੇਟਾ। ਇਸ ਤਰ੍ਹਾਂ 80 ਨੰਬਰ ਦਾ ਪੇਪਰ ਤਿਆਰ ਹੋਏਗਾ। ਹੁਣ ਅਸੀਂ ਕਰਦੇ ਹਾਂ ਭਾਗ ਊੜੇ ਦੀ ਗੱਲ, ਕਿਸ ਤਰ੍ਹਾਂ ਕੁਐਸਚਨ ਨੂੰ ਆਪਾਂ ਹੱਲ ਕਰਾਂਗੇ। ਧਿਆਨ ਨਾਲ ਦੇਖਣਾ ਸਾਰਿਆਂ ਨੇ। ਭਾਗ ਊੜਾ ਤਾਂ ਪਹਿਲਾ ਸਵਾਲ ਹੈ ਜੀ, ਹੇਠਾਂ ਲਿਖੀਆਂ ਵਿੱਚੋਂ ਕਿਹੜੀ ਪਰਿਮੇਯ ਸੰਖਿਆ 0 ਅਤੇ 1 ਦੇ ਵਿਚਕਾਰ ਹੈ। ਕਿਹੜੀ ਸੰਖਿਆ ਬੇਟਾ 0 ਅਤੇ 1 ਦੇ ਵਿਚਕਾਰ ਹੁੰਦੀ, ਯਾਦ ਰੱਖਣੀ ਹੈ ਬੇਟਾ। ਜੇ ਅੰਸ਼ ਛੋਟਾ ਹੁੰਦਾ ਨਾ, ਅੰਸ਼ ਉੱਪਰਲੇ ਨੂੰ ਕਹਿੰਦੇ ਆ, ਉੱਪਰਲੀ ਰਕਮ ਵੱਡੀ ਹੋਏਗੀ ਤਾਂ ਦੇਖੋ ਜਦੋਂ ਤੁਸੀਂ 7 ਨੂੰ 4 ਨਾਲ ਭਾਗ ਕਰੋਗੇ, 7 ਉੱਪਰ ਦਾ ਵਿਚਕਾਰ ਰੱਖਦੇ ਆ, 4 ਬਾਹਰ, 4 ਏਕਮ 4 ਬਕਾਇਆ ਬਚ ਗਿਆ 3, ਮਤਲਬ ਆਨਸਰ 1 ਆਇਆ ਨਾ। 1 ਤੋਂ ਬਾਅਦ ਤੁਸੀਂ ਦਸ਼ਮਲਵ ਲਾਓਗੇ, ਮਤਲਬ 1 ਤੋਂ ਵੱਡਾ ਆਨਸਰ ਆਇਆ। ਇਹਦਾ ਮਤਲਬ ਜਦੋਂ ਉੱਪਰਲੀ ਰਕਮ ਵੱਡੀ ਹੁੰਦੀ ਹੈ ਥਲੜੀ ਤੋਂ, ਤਾਂ ਆਨਸਰ 1 ਤੋਂ ਵੱਡਾ ਹੁੰਦਾ ਹੈ। ਜੇ ਉੱਪਰਲੀ ਰਕਮ ਛੋਟੀ ਹੋਵੇ ਤਾਂ ਆਨਸਰ 1 ਤੋਂ ਛੋਟਾ ਹੁੰਦਾ ਹੈ। ਇਸ ਕਰਕੇ ਸਾਡਾ ਆਪਸ਼ਨ ਕਿਹੜਾ ਹੋਏਗਾ ਬੇਟਾ ਜੀ, 2/7। ਇਸ ਗੱਲ ਦਾ ਧਿਆਨ ਰੱਖਿਓ, 0 ਅਤੇ 1 ਦੇ ਵਿਚਕਾਰ ਉਹੀ ਸੰਖਿਆ ਹੋਏਗੀ ਜਿਹਦਾ ਅੰਸ਼ ਉੱਪਰਲੀ ਰਕਮ ਥਲੜੀ ਰਕਮ ਤੋਂ ਛੋਟਾ ਹੋਏਗਾ। ਦੂਜਾ ਸਵਾਲ ਕਰਦੇ ਹਾਂ, -2/5 ਦਾ ਗੁਣਾਤਮਕ ਉਲਟ ਕੀ ਹੈ। ਗੁਣਾਤਮਕ ਉਲਟ ਬੇਟਾ, ਗੁਣਾਤਮਕ ਉਲਟ ਦੇ ਵਿੱਚ ਅਸੀਂ ਰਕਮ ਨੂੰ ਉਲਟਦੇ ਹਾਂ। ਦੇਖੋ -2/5 ਸੀਗਾ, ਹੁਣ ਇਹਨੂੰ ਉਲਟ ਕਰ ਦਿਓ, ਮਤਲਬ 5 ਨੂੰ ਉੱਪਰ ਕਰ ਦਿਓ, 2 ਨੂੰ ਥੱਲੇ ਕਰ ਦਿਓ, ਅਤੇ ਤੁਸੀਂ ਦੇਖੋ 5 ਉੱਪਰ ਆ ਗਿਆ, 2 ਥੱਲੇ ਆ ਗਿਆ, ਤੁਹਾਡਾ ਸੈਕਿੰਡ ਆਪਸ਼ਨ ਆ ਗਿਆ। ਅਤੇ ਇਸ ਤਰ੍ਹਾਂ ਅਸੀਂ ਗੁਣਾਤਮਕ ਉਲਟ ਵੀ ਪਤਾ ਕੀਤਾ। ਗੁਣਾਤਮਕ ਉਲਟ ਵਿੱਚ ਬੇਟਾ ਯਾਦ ਰੱਖਣਾ ਹੈ ਕਿ ਰਕਮ ਨੂੰ ਪਲਟਦੇ ਹਾਂ। ਜੋੜਾਤਮਕ ਉਲਟ ਦੇ ਵਿੱਚ ਰਕਮ ਨੂੰ ਨਹੀਂ ਪਲਟਦੇ, ਸਾਈਨ ਚੇਂਜ ਕਰਦੇ ਹਾਂ। ਬੱਚੇ ਬਹੁਤ ਕਨਫਿਊਜ਼ ਹੁੰਦੇ ਨੇ ਗੁਣਾਤਮਕ ਅਤੇ ਜੋੜਾਤਮਕ ਦੇ ਵਿੱਚ, ਠੀਕ ਹੈ। ਗੁਣਾਤਮਕ ਦੇ ਵਿੱਚ ਕੀ ਕਰਨਾ ਹੈ, ਹਰ ਨੂੰ ਉੱਪਰ ਭੇਜ ਦੇਣਾ ਹੈ, ਅੰਸ਼ ਨੂੰ ਥੱਲੇ ਭੇਜ ਦੇਣਾ ਹੈ, ਮਾਈਨਸ ਜਿੱਥੇ ਦਾ ਹੈ ਉੱਥੇ ਰਹੇਗਾ। ਤੀਜਾ ਕੁਐਸਚਨ ਕਰਦੇ ਹਾਂ, ਸੰਖਿਆ 9 ਨੂੰ m ਵਿੱਚੋਂ ਘਟਾਉਣ 'ਤੇ ਕੀ ਪ੍ਰਾਪਤ ਹੁੰਦਾ ਹੈ। ਹੁਣ ਦੇਖੋ 9 ਨੂੰ m ਵਿੱਚੋਂ ਘਟਾਉਣਾ ਹੈ, ਇਹਦਾ ਮਤਲਬ m ਦੇ ਵਿੱਚੋਂ ਘਟਾਓ ਕਰਨੀ ਹੈ, ਕਿਹਦੀ ਕਰਨੀ ਹੈ, 9 ਦੀ। ਲੱਭੋ ਕਿਹੜਾ ਅੱਖਰ ਹੈ, ਦੇਖੋ ਵੈਰੀ ਗੁੱਡ। ਤੀਜਾ ਆਪਸ਼ਨ ਤੁਹਾਡਾ ਬਿਲਕੁਲ ਰਾਈਟ ਆਨਸਰ ਹੈ, ਕਿਉਂਕਿ ਆਪਾਂ 9 ਦੇ ਵਿੱਚੋਂ ਨਹੀਂ ਘਟਾਉਣਾ ਸੀ, m ਦੇ ਵਿੱਚੋਂ 9 ਨੂੰ ਘਟਾਉਣਾ ਸੀਗਾ। ਚੌਥਾ ਕੁਐਸਚਨ ਕਰਦੇ ਹਾਂ, ਇੱਕ ਸਿੱਕਾ ਇੱਕ ਵਾਰ ਉਛਾਲਿਆ ਜਾਂਦਾ ਹੈ। ਸਿੱਕਾ ਤੁਹਾਡਾ 1 ਰੁਪਏ ਦਾ ਸਿੱਕਾ ਹੈ। ਅਜਿਹੀ ਸਥਿਤੀ ਵਿੱਚ ਹੈੱਡ ਪ੍ਰਾਪਤ ਹੋਣ ਦੀ ਕੀ ਸੰਭਾਵਨਾ ਹੋਵੇਗੀ। ਬੇਟਾ ਇਸ ਗੱਲ ਦਾ ਧਿਆਨ ਰੱਖੋ, ਇੱਕ ਸਿੱਕਾ 1 ਵਾਰ ਉਛਾਲਿਆ ਜਾਂਦਾ ਹੈ, ਅਜਿਹੀ ਸਥਿਤੀ ਵਿੱਚ ਚਿੱਤ ਪ੍ਰਾਪਤ ਹੋਣ ਦੀ ਕੀ ਸੰਭਾਵਨਾ ਹੋਵੇਗੀ। ਸੰਭਾਵਨਾ ਹੋਵੇਗੀ ਦੇਖੋ 1/2। ਵੈਸੇ ਤਾਂ ਇਹਦਾ ਆਨਸਰ ਕੀ ਆਏਗਾ, 1/2। ਕਿਉਂ ਆਏਗਾ, ਕਿਉਂਕਿ ਜਦੋਂ ਇੱਕ ਸਿੱਕੇ ਨੂੰ ਉਛਾਲਦੇ ਹਾਂ ਤਾਂ ਉਹਦੇ ਕੁੱਲ ਪਰਿਣਾਮ, ਆ ਹੁੰਦਾ ਕੁੱਲ ਪਰਿਣਾਮ, ਇਹ ਹੁੰਦਾ ਅਨੁਕੂਲ। ਕੁੱਲ ਅਤੇ ਅਨੁਕੂਲ, ਕੁੱਲ ਵਿੱਚ ਜਾਂ ਤਾਂ ਹੈੱਡ ਆਏਗਾ ਜਾਂ ਟੇਲ ਆਏਗਾ, 2 ਪਰਿਣਾਮ ਨੇ। ਅਨੁਕੂਲ ਜਿਹੜੇ ਉਹ ਮੰਗ ਰਿਹਾ, ਹੈੱਡ ਆਉਣ ਦੇ ਚਾਂਸ 1 ਹੁੰਦਾ ਹੈ। ਪਰ ਉਹਨੇ ਕੁਐਸਚਨ ਕੁਛ ਹੋਰ ਤਰੀਕੇ ਨਾਲ ਪੁੱਛਿਆ ਕਿ ਆਨਸਰ 0 ਅਤੇ 1 ਦੇ ਵਿਚਕਾਰ ਆਏਗਾ ਜਾਂ 0 ਆਏਗਾ ਜਾਂ 1 ਆਏਗਾ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਬੇਟਾ ਸੰਭਾਵਨਾ ਦਾ ਆਨਸਰ ਹਮੇਸ਼ਾ 0 ਅਤੇ 1 ਦੇ ਵਿਚਕਾਰ ਜਾਂ 0 ਅਤੇ 1 ਹੋ ਸਕਦਾ ਹੈ, ਲੇਕਿਨ ਕਿਉਂਕਿ ਇਹ ਸ਼ੋਰ ਇਵੈਂਟ ਜਿਹਨੂੰ ਆਪਾਂ ਕਹਿੰਦੇ ਹਾਂ ਸੰਭਵ ਪਰਿਣਾਮ ਨਹੀਂ ਹੈਗੇ, ਮਤਲਬ ਜਿਹਨੂੰ ਆਪਾਂ ਨਿਸ਼ਚਿਤ ਸੰਭਾਵਨਾ ਬੋਲਦੇ ਹਾਂ,
ਅਜਿਹੀ ਸਥਿਤੀ ਵਿੱਚ ਚਿੱਤ ਆਉਣ ਦੀ ਸੰਭਾਵਨਾ ਸਾਡੇ ਕੋਲ 1/2 ਹੈ। 1/2 ਦੇ ਵਿੱਚ ਦੇਖੋ ਉੱਪਰਲੀ ਰਕਮ ਛੋਟੀ ਹੈ, ਥੱਲੜੀ ਰਕਮ ਵੱਡੀ ਹੈ। ਇਹਦਾ ਮਤਲਬ ਹਮੇਸ਼ਾ ਆਨਸਰ 0 ਤੇ 1 ਦੇ ਵਿਚਕਾਰ ਆਏਗਾ, ਜਿਵੇਂ ਕਿ ਅਸੀਂ ਪਹਿਲਾ ਸਵਾਲ ਕੀਤਾ ਸੀਗਾ। ਠੀਕ ਹੈ, ਪੰਜਵਾਂ ਸਵਾਲ ਕਰਦੇ ਹਾਂ। 3 ਦੀ ਘਾਤ 0 ਦਾ ਮੁੱਲ ਬੇਟਾ ਕਿਸੇ ਦੀ ਵੀ ਘਾਤ 0 ਹੋਵੇ, ਆਨਸਰ ਹਮੇਸ਼ਾ 1 ਹੁੰਦਾ ਹੈ। ਕਿਸੇ ਵੀ ਮਤਲਬ a ਦੀ ਘਾਤ 0 ਬਰਾਬਰ 1, ਇਹ ਕੁਛ ਵੀ ਹੋ ਸਕਦਾ ਹੈ। ਇਸ ਕਰਕੇ ਕਿਸੇ ਵੀ ਰਕਮ ਦੇ ਉੱਤੇ ਘਾਤ 0 ਲੱਗ ਜਾਵੇ ਤਾਂ ਤੁਸੀਂ ਆਨਸਰ 1 ਲਿਖ ਦੇਣਾ ਹੈ। ਚਾਹੇ ਇੱਦਾਂ ਵੀ ਆ ਜਾਵੇ ਨਾ 2 ਦੀ ਘਾਤ 2 ਜਮਾ 3 ਦੀ ਘਾਤ 1 4 ਦੀ ਘਾਤ 2 ਦੀ ਘਾਤ 0, ਤਾਂ ਵੀ ਤੁਸੀਂ 1 ਹੀ ਆਨਸਰ ਲਿਖਣਾ ਹੈ, ਕਿਉਂਕਿ ਕਿਸੇ ਦੇ ਉੱਪਰ ਘਾਤ 0 ਆ ਜਾਏ ਤਾਂ ਆਨਸਰ 1 ਹੁੰਦਾ ਹੈ। 6ਵੇਂ ਸਵਾਲ ਵੱਲ ਚੱਲਦੇ ਹਾਂ। x ਦਾ ਮੁੱਲ ਕੀ ਹੋਵੇਗਾ ਜਿਸ ਲਈ ਵਿਅੰਜਕ 3x - 4 ਅਤੇ 2x - 1 ਬਰਾਬਰ, ਮਤਲਬ ਅਤੇ ਦੀ ਥਾਂ ਕੀ ਪਾ ਦੇਣਾ ਹੈ, ਬਰਾਬਰ ਪਾ ਦੇਣਾ। ਦੇਖੋ ਧਿਆਨ ਨਾਲ ਕੀ ਕਰਨ ਜਾ ਰਿਹਾ ਮੈਂ, 3x - 4 ਬਰਾਬਰ 2x ਜਮਾ 1। ਹੁਣ x ਵਾਲੇ ਨੂੰ x ਵਾਲੇ ਦੇ ਘਰ ਭੇਜਣਾ, ਤਾਂ 3x ਦੇ ਕੋਲ 2x ਆ ਜਾਏਗਾ ਮਾਈਨਸ ਦਾ ਹੋ ਕੇ, ਬਰਾਬਰ 1 ਦੇ ਕੋਲ 4 ਆ ਜਾਏਗਾ ਪਲੱਸ ਦਾ ਹੋ ਕੇ। 3x ਚੋਂ 2x ਘਟਾਓ 1x, ਤੇ 4 ਤੇ 1 ਕਿੰਨੇ ਹੋ ਗਏ 5, ਤੇ ਤੁਹਾਡਾ ਆਨਸਰ ਆ ਗਿਆ ਜੀ ਤੀਜਾ ਆਪਸ਼ਨ 5। ਉਮੀਦ ਹੈ ਸਮਝ ਆਇਆ ਹੋਵੇਗਾ। 6ਵੇਂ ਕੁਐਸਚਨ ਨੂੰ ਚੱਲਦੇ ਹਾਂ। ਕਹਿੰਦੇ ਸੰਖਿਆ 225 ਦਾ ਵਰਗਮੂਲ ਕੀ ਹੋਵੇਗਾ। ਠੀਕ ਹੈ ਜੀ, ਇੱਕ ਤਰੀਕਾ ਤਾਂ ਬੇਟਾ ਇਹ ਹੈ ਕਿ ਅਸੀਂ 225 ਦੇ ਗੁਣਨਖੰਡ ਬਣਾ ਲਈਏ। ਜਿਹਦੇ ਅਖੀਰ 'ਚ 5 ਹੁੰਦਾ ਉਹ 5 ਦੇ ਪੜ੍ਹਤੇ ਜਾਂਦਾ ਹੈ। 5 ਚੌਕਾ 20, ਬਕਾਇਆ 2 ਤੇ 5 25, 5 50 25, ਫਿਰ 5 ਤੇ 45 ਜਾਂਦਾ, 9 ਤੇ 3 ਤੇ 3 ਤੀਆ 9, 3 ਏਕਮ 3, ਤੇ ਜੋੜੇ ਦਾ 1 5 ਬਾਹਰ। ਠੀਕ ਹੈ ਜੀ, ਜੋੜੇ ਦਾ 1 3 ਬਾਹਰ, 5 ਤੀਏ 15, ਤੁਹਾਡਾ ਆਨਸਰ ਵੀ ਆ ਗਿਆ। ਇਸ ਤਰੀਕੇ ਨਾਲ ਵੀ ਆਪਾਂ ਵਰਗਮੂਲ ਕੱਢ ਸਕਦੇ ਹਾਂ। ਦੂਜਾ ਤਰੀਕਾ ਇੱਕ ਹੋਰ ਹੁੰਦਾ ਹੈ ਕਿ ਦੇਖੋ 225 ਦੇ ਅਖੀਰ 'ਚ 5 ਹੈ, ਇਹਦਾ ਮਤਲਬ ਆਨਸਰ ਉਹੀ ਹੋਊਗਾ ਜਿਹਦੇ ਅਖੀਰ 'ਚ 5 ਹੋਣਾ, ਮਤਲਬ ਆਹ ਕੱਟਿਆ ਗਿਆ ਆਨਸਰ, ਆ ਵੀ ਕੱਟਿਆ ਗਿਆ। ਹੁਣ 15 ਨੂੰ 15 ਨਾਲ ਗੁਣਾ ਕਰਕੇ ਦੇਖ ਲਓ 225 ਆ ਜਾਏਗਾ, ਜਾਂ 25 ਨੂੰ 25 ਨਾਲ ਗੁਣਾ ਕਰਕੇ ਦੇਖੋ। ਪਰ ਮੈਨੂੰ ਲੱਗਦਾ 25 ਗੁਣਾ 25 ਤੁਹਾਨੂੰ ਯਾਦ ਹੈ 625 ਹੁੰਦਾ, ਇਹਦਾ ਮਤਲਬ ਆਨਸਰ 15 ਹੀ ਹੋਣਾ ਸੀਗਾ। ਇਸ ਤਰੀਕੇ ਨਾਲ ਸੋਚ ਕੇ ਵੀ ਕਰ ਸਕਦੇ ਹੋ ਅਤੇ ਹੱਲ ਕਰਕੇ ਵੀ ਕਰ ਸਕਦੇ ਹੋ। 7ਵਾਂ ਸਵਾਲ ਕੰਪਲੀਟ ਹੋ ਗਿਆ। ਹੁਣ 8ਵੇਂ ਵੱਲ ਚੱਲਦੇ ਹਾਂ। ਲਓ ਜੀ, ਹੇਠ ਲਿਖਿਆਂ ਵਿੱਚੋਂ ਕਿਸ ਸਥਿਤੀ ਵਿੱਚ ਲਾਭ ਹੋਵੇਗਾ। ਹੁਣ ਮੈਂ ਦੱਸੋ ਤੁਹਾਨੂੰ ਲਾਭ ਹੁੰਦਾ ਕਦੋਂ ਹੈ, ਜਦੋਂ ਕੋਈ ਚੀਜ਼ ਤੁਸੀਂ ਖਰੀਦੋ 10 ਰੁਪਏ ਦੀ ਅਤੇ ਵੇਚੋ 15 ਰੁਪਏ ਦੀ, ਤਾਂ ਹੀ ਲਾਭ ਹੁੰਦਾ। ਇਹਦਾ ਮਤਲਬ ਖਰੀਦ ਮੁੱਲ ਵੇਚ ਮੁੱਲ ਤੋਂ ਘੱਟ ਹੋਵੇ, ਹੈ ਨਾ। ਖਰੀਦ ਮੁੱਲ ਵੇਚ ਮੁੱਲ ਤੋਂ ਵੱਧ ਹੋਵੇ ਫਿਰ ਲਾਭ ਨਹੀਂ ਹੋ ਸਕਦਾ, ਹਾਨੀ ਹੋਏਗੀ, ਕਿਉਂਕਿ ਖਰੀਦਿਆ 15 ਦਾ ਵੇਚਿਆ 10 ਦਾ, ਹਾਨੀ ਹੋ ਗਈ। ਖਰੀਦ ਮੁੱਲ ਵੇਚ ਮੁੱਲ ਦੇ ਬਰਾਬਰ ਹੋਵੇ ਤਾਂ ਨਾ ਲਾਭ ਹੁੰਦਾ ਨਾ ਹਾਨੀ, 10 ਦੀ ਖਰੀਦੀ 10 ਦੀ ਵੇਚਤੀ। ਵੇਚ ਮੁੱਲ ਖਰੀਦ ਮੁੱਲ ਤੋਂ ਵੱਧ ਹੋਵੇ, ਬਿਲਕੁਲ ਠੀਕ, ਵੇਚ ਮੁੱਲ ਖਰੀਦ ਮੁੱਲ ਤੋਂ ਜ਼ਿਆਦਾ ਹੋਊਗਾ ਤਾਈਓ ਤੋਂ ਲਾਭ ਹੋਏਗਾ। ਤੀਜਾ ਪਾਰਟ ਤੁਹਾਡਾ ਆਨਸਰ ਹੋਏਗਾ। 8 ਕੁਐਸਚਨ ਕੰਪਲੀਟ ਹੋ ਚੁੱਕੇ ਨੇ। 9ਵੇਂ ਕੁਐਸਚਨ ਵੱਲ ਚੱਲਦੇ ਹਾਂ। ਸੰਖਿਆ 2 4 3 ਦੇ ਘਨ ਦਾ ਇਕਾਈ ਅੰਕ ਕੀ ਹੋਵੇਗਾ। ਬੇਟਾ ਜਦੋਂ ਵੀ ਤੁਹਾਨੂੰ ਇਕਾਈ ਅੰਕ ਪੁੱਛਿਆ ਜਾਂਦਾ ਨਾ ਕਿਸੇ ਵੀ ਰਕਮ ਦਾ, ਚਾਹੇ ਘਨ ਚਾਹੇ ਵਰਗ, ਤੁਸੀਂ ਇਕਾਈ ਅੰਕ ਹੀ ਚੱਕਣਾ, ਫਿਰ ਸਾਰਾ ਰਕਮ ਨਹੀਂ ਚੱਕਣਾ। ਇਕਾਈ ਅੰਕ ਕੀ ਹੈ 3। ਹੁਣ ਜੇ ਵਰਗਮੂਲ ਦਾ ਕਹਿ ਰਿਹਾ, ਵਰਗ ਦਾ ਕਹਿ ਰਿਹਾ ਤਾਂ 2 ਵਾਰ ਲਿਖਣਾ, ਜੇ ਘਨ ਦਾ ਕਹਿ ਰਿਹਾ ਤਾਂ 3 ਵਾਰ ਲਿਖਣਾ। 3 ਤੀਆ 9, 9 ਤੀਆ 27, ਇਕਾਈ ਅੰਕ ਕੀ ਆਇਆ ਬੇਟਾ 7, ਅਤੇ ਆਨਸਰ ਵੀ 7 ਹੋਏਗਾ। ਯਾਦ ਰੱਖਿਓ, ਜਦੋਂ ਵੀ ਚਾਹੇ ਵਰਗ ਦਾ ਇਕਾਈ ਅੰਕ ਪੁੱਛਿਆ ਜਾਵੇ ਚਾਹੇ ਘਨ ਦਾ ਇਕਾਈ ਅੰਕ ਪੁੱਛਿਆ ਜਾਵੇ, ਜਦੋਂ ਪੁੱਛਿਆ ਇਕਾਈ ਅੰਕ ਜਾ ਰਿਹਾ ਤਾਂ ਤੁਸੀਂ ਵੀ ਇਕਾਈ ਅੰਕ ਚੱਕਣਾ ਆ, ਅਤੇ ਉਸ ਇਕਾਈ ਅੰਕ ਨੂੰ 19 ਵਾਰ ਲਿਖਣਾ ਹੈ। ਜੇ ਵਰਗ ਕਹਿ ਰਿਹਾ ਤਾਂ 2 ਵਾਰੀ, ਅਤੇ ਜੇ ਘਨ ਕਹਿ ਰਿਹਾ ਤਾਂ 3 ਵਾਰੀ, ਅਤੇ ਇਹਨੂੰ ਗੁਣਾ ਕਰ ਦੇਣਾ। ਜੋ ਵੀ ਆਨਸਰ ਆਏਗਾ ਬੇਟਾ ਉਹਦਾ ਇਕਾਈ ਅੰਕ ਹੀ ਤੁਹਾਡਾ ਆਨਸਰ ਹੋਏਗਾ। ਹੁਣ ਆਪਾਂ 10ਵੇਂ ਪਾਰਟ ਵੱਲ ਚੱਲਦੇ ਹਾਂ। ਦਿੱਤਾ ਗਿਆ ਸੂਤਰ ਪੂਰਾ ਕਰੋ। ਬਹੁਤ ਹੀ ਸੌਖਾ ਸਵਾਲ ਬੇਟਾ। a ਦੀ ਘਾਤ 2 ਮਾਈਨਸ b ਦੀ ਘਾਤ 2 a ਮਾਈਨਸ b a ਪਲੱਸ b ਹੁੰਦਾ ਹੈ। ਇਹਦਾ ਮਤਲਬ ਆਪਸ਼ਨ ਕਿਹੜਾ ਆਇਆ ਹੈ, ਦੂਜਾ ਆਪਸ਼ਨ ਆ ਗਿਆ। ਇਹ ਸਿੱਧੀ ਸਿੱਧੀ ਤਤਸਮਕ ਜਿਹੜੇ ਨੇ ਆਇਡੈਂਟੀਟੀਜ਼ ਆਪਾਂ ਯਾਦ ਕਰਨੀਆਂ ਸੀਗੀਆਂ। ਜੇ ਘਾਤਾਂ ਵੱਖਰੀਆਂ ਵੱਖਰੀਆਂ ਨੇ ਅਤੇ ਵਿਚਕਾਰ ਮਾਈਨਸ ਹੈ ਤਾਂ ਹਮੇਸ਼ਾ ਘਾਤਾਂ ਹਟਾ ਦੇਣੀਆਂ, a ਮਾਈਨਸ b a ਪਲੱਸ b ਫਾਰਮੂਲਾ ਬਣ ਜਾਣਾ ਹੈ। 11ਵੇਂ ਕੁਐਸਚਨ ਵੱਲ ਚੱਲਦੇ ਹਾਂ। ਇੱਕ ਘਨਾਵ ਦੇ ਕਿੰਨੇ ਕਿਨਾਰੇ ਹੁੰਦੇ ਹਨ। ਬੇਟਾ ਚਾਹੇ ਘਨਾਵ ਹੋਵੇ ਚਾਹੇ ਘਨ ਹੋਵੇ, ਕਿਨਾਰੇ ਤਾਂ ਬੇਟਾ 12 ਹੀ ਰਹਿਣਗੇ। ਕਿਨਾਰੇ ਹਮੇਸ਼ਾ ਕਿੰਨੇ ਹੁੰਦੇ ਨੇ 12। ਦੇਖੋ ਇੱਦਾਂ ਦਾ ਹੁੰਦਾ ਹੈ ਘਨਾਵ,
ਤੇ ਆਪਾਂ ਕਿਨਾਰੇ ਕਿਹਨੂੰ ਬੋਲਦੇ ਆ, ਇਹਨਾਂ ਨੂੰ 1 2 3 4 5 6 7 8 9 10 11 ਤੇ 12 ਕਿਨਾਰੇ ਸਾਡੇ ਕੋਲ ਕਨਾਵ ਦੇ ਹੁੰਦੇ ਨੇ। ਹੁਣ 12ਵੇਂ ਸਵਾਲ ਵੱਲ ਚੱਲਦੇ ਹਾਂ। ਹੇਠ ਲਿਖਿਆ ਵਿੱਚੋਂ ਕਿਹੜਾ 3xy ਦਾ ਸਮਾਨ ਪਦ ਹੈ। ਬੇਟਾ ਹੁਣ ਇਹ ਧਿਆਨ ਨਾਲ ਸਮਝੋ, ਸਮਾਨ ਪਦ ਕੀ ਹੁੰਦਾ ਹੈ। ਸਮਾਨ ਪਦ ਦਾ ਮਤਲਬ ਇੰਗਲਿਸ਼ ਵਾਲੇ ਅੱਖਰ ਸਮਾਨ ਹੋਣੇ ਚਾਹੀਦੇ ਨੇ, ਮੈਥ ਵਾਲਾ ਅੱਖਰ ਚੇਂਜ ਹੋ ਸਕਦਾ ਹੈ। ਇਹਦਾ ਮਤਲਬ x ਇਕੱਲਾ ਤੇ y ਇਕੱਲਾ, ਕੋਈ ਘਾਤ ਨਹੀਂ ਹੋਣੀ ਚਾਹੀਦੀ, ਪਰ ਇੱਥੇ y ਦੇ ਉੱਪਰ ਘਾਤ 2 ਹੈ ਦਿਸ ਰਹੀ ਹੈ ਤੁਹਾਨੂੰ। ਇਹਦਾ ਮਤਲਬ ਇਹ ਤੁਹਾਡਾ ਆਨਸਰ ਨਹੀਂ ਹੋ ਸਕਦਾ। ਇੱਥੇ x ਹੈਗਾ ਪਰ y ਹੈ ਨਹੀਂ, ਇਹ ਵੀ ਨਹੀਂ ਹੋ ਸਕਦਾ। ਇੱਥੇ x ਵੀ ਹੈ y ਵੀ ਹੈ ਲੇਕਿਨ z ਵੀ ਹੈ, ਇੱਥੇ z ਹੈ ਨਹੀਂ, ਇਹਦਾ ਮਤਲਬ ਇਹ ਵੀ ਨਹੀਂ ਹੋ ਸਕਦਾ। ਇੱਥੇ ਦੇਖੋ x ਵੀ ਹੈ ਤੇ y ਵੀ ਹੈ, ਇਕੱਲਾ x y ਹੈ ਨਾ, ਦੇਖੋ ਧਿਆਨ ਨਾਲ ਮੈਚ ਕਰ ਰਿਹਾ। ਸਮਾਨ ਪਦ ਹੈ, ਮੈਥ ਵਾਲਾ ਅੱਖਰ ਚੇਂਜ ਹੋ ਸਕਦਾ ਹੈ। ਇਹਦਾ ਮਤਲਬ ਤੁਹਾਡਾ ਆਨਸਰ ਕੀ ਹੋਇਆ, ਚੌਥਾ ਪਾਰਟ ਹੋਇਆ। ਯਾਦ ਰੱਖਿਓ, ਸਮਾਨ ਪਦ ਵਿੱਚ ਤੁਸੀਂ ਇੰਗਲਿਸ਼ ਵਾਲੇ ਅੱਖਰਾਂ ਨੂੰ ਦੇਖਣਾ ਆ ਕਿ ਉਹ ਸੇਮ ਦਿਖਣ। ਜੇ ਕਿਸੇ ਤੇ ਘਾਤ ਲੱਗੀ ਸੀ ਇੱਥੇ ਤਾਂ ਉਹੀ ਘਾਤ ਥੱਲੇ ਹੋਣੀ ਚਾਹੀਦੀ ਹੈ। ਠੀਕ ਹੈ ਜੀ ਬੇਟਾ। 13ਵਾਂ ਕੁਐਸਚਨ ਕਹਿੰਦਾ ਜੀ ਇਹਦਾ ਸਾਂਝਾ ਗੁਣਨਖੰਡ। ਕਿਹਦਾ ਸਾਂਝਾ ਗੁਣਨਖੰਡ ਪੁੱਛਿਆ, ਦੇਖੋ ਧਿਆਨ ਨਾਲ ਤੁਸੀਂ। ਇੱਕ ਹੈ 2y, ਇੱਕ ਹੈ 22x ਤੇ y ਦਾ। ਠੀਕ ਹੈ ਜੀ। ਸਭ ਤੋਂ ਪਹਿਲਾਂ ਤੁਸੀਂ ਇਹਨੂੰ ਟਰੀ ਬਣਾਉਣਾ। 1 2 ਇੱਥੇ ਲਿਖ ਲੈਣਾ, y ਇੱਥੇ ਲਿਖ ਲੈਣਾ। ਇਹਦਾ ਵੀ ਟਰੀ ਬਣਾਉਣਾ ਬੇਟਾ। 22 ਹੈ ਨਾ, 22 ਦੇ ਗੁਣਨਖੰਡ ਬਣਾਓ ਪਹਿਲਾਂ, ਤੇ ਤਾਂ ਆਪਾਂ ਵਰਗਮੂਲ ਹੀ ਬਣਾਉਂਦੇ ਹਾਂ। ਕੀ ਬਣੇ 2 ਤੇ 11। ਫਿਰ ਇਹਦਾ ਕੀ ਲਿਖ ਲਿਆ x ਤੇ ਇੱਕ ਆ ਕੀ ਆ ਗਿਆ y। ਆਈ ਗੱਲ ਸਮਝ। ਹੁਣ ਦੇਖੋ ਦੋਨਾਂ 'ਚ ਸਾਂਝਾ ਕੀ ਹੈ, 2 ਇੱਧਰ ਵੀ ਹੈ, 2 ਇੱਧਰ ਵੀ ਹੈ, y ਇੱਧਰ ਵੀ ਹੈ, y ਇੱਧਰ ਵੀ ਹੈ। ਇਹਦਾ ਮਤਲਬ 2 ਤੇ y। ਆਹ ਦੇਖੋ ਤੁਹਾਡਾ ਆਨਸਰ ਆ ਗਿਆ। ਕਿੰਨਾ ਸੌਖਾ ਢੰਗ ਸੀਗਾ ਕਿ ਅਸੀਂ ਦੋਨੇ ਰਕਮਾਂ ਦਾ ਟਰੀ ਡਾਇਗਰਾਮ ਬਣਾ ਲਈਏ। ਟਰੀ ਡਾਇਗਰਾਮ ਦਾ ਮਤਲਬ ਹੁੰਦਾ ਹੈ ਕਿ ਇਹ ਮੈਥ ਵਾਲੇ ਅੱਖਰ ਦੇ ਗੁਣਨਖੰਡ ਬਣਾ ਕੇ ਉਹਦਾ ਟਰੀ ਬਣਾਈਏ, ਪਰ ਇੱਥੇ 2 ਦਾ ਤਾਂ ਗੁਣਨਖੰਡ ਹੁੰਦਾ ਹੀ ਨਹੀਂ, 2 ਦਾ 2 ਹੀ ਹੁੰਦਾ ਬੇਟਾ। y ਦਾ y, 22 ਦੇ ਗੁਣਨਖੰਡ ਬਣਾਏ ਤੇ 2 ਤੇ 11 ਆ ਗਏ, 2 11 22 ਹੁੰਦੇ ਆ। x ਆ ਗਿਆ ਤੇ y ਆ ਗਿਆ। ਫਿਰ ਦੇਖਣਾ ਦੋਨਾਂ ਦੇ ਵਿੱਚ ਸਾਂਝਾ ਕੀ ਹੈ, ਅਸੀਂ ਉਹ ਸਾਂਝਾ ਅੱਖਰ ਸਰਕਲ ਕਰਨਾ ਹੈ ਤੇ ਆਪਣੇ ਆਨਸਰ 'ਚ ਦੇਖਣਾ ਹੈ ਕਿ ਉਹ ਆ ਰਿਹਾ ਕਿ ਨਹੀਂ ਆ ਰਿਹਾ। ਹੁਣ ਆਪਾਂ 14ਵੇਂ ਕੁਐਸਚਨ ਵੱਲ ਪਹੁੰਚ ਗਏ ਹਾਂ। 14ਵਾਂ ਕੁਐਸਚਨ ਕਹਿੰਦਾ ਵੇਲਣ ਦਾ ਆਇਤਨ। ਬੇਟਾ ਵੇਲਣ ਦਾ ਆਇਤਨ ਤੁਹਾਨੂੰ ਯਾਦ ਕਰਨਾ ਪਏਗਾ, ਪਾਈ ਆਰ ਦੀ 2h ਹੁੰਦਾ ਹੈ ਬੇਟਾ। ਤੀਜਾ ਆਪਸ਼ਨ ਹੈ, ਦੂਜਾ ਲਿਖਿਆ ਹੋਇਆ ਪਾਈ ਆਰ ਦੀ 2h ਵੇਲਣ ਦਾ ਆਇਤਨ ਹੁੰਦਾ ਹੈ। ਯਾਦ ਰੱਖਣਾ ਇਸ ਗੱਲ ਦਾ। ਜੇ ABC ਪੂਰਨ ਸੰਖਿਆਵਾਂ ਹਨ ਤਾਂ ਆਹ ਵਾਲੀ ਰਕਮ ਨੂੰ ਕਿਹੜੀ ਸੰਖਿਆ ਵੰਡ ਸਕਦੀ ਹੈ। ਹੁਣ ਧਿਆਨ ਨਾਲ ਸਮਝਣਾ ਬੇਟਾ। ਜੇ ABC ਪੂਰਨ ਸੰਖਿਆਵਾਂ ਹਨ ਤਾਂ ਇੱਕ ਨੂੰ ਕਿਹੜੀ ਸੰਖਿਆ। ਸਾਨੂੰ ਹੁਣ ਦੇਖੋ ABC ਤਾਂ ਨਹੀਂ ਪਤਾ ਨਾ ਕੀ ਹੋ ਸਕਦੇ ਨੇ, ਕੁਝ ਵੀ ਹੋ ਸਕਦਾ ਹੈ, ਲੇਕਿਨ ਇੱਕ ਤਾਂ ਦਿਸ ਰਿਹਾ। ਹੁਣ ਤੁਸੀਂ ਇੱਕ ਨੂੰ 37 ਨਾਲ ਭਾਗ ਕਰਕੇ ਦੇਖਣਾ ਹੈ। ਕਿਹਦੇ ਨਾਲ? 37 ਨਾਲ। 37 × 37 ਹੁੰਦਾ, ਛੋਟਾ ਆ ਗਿਆ, ਤੇ 37 ਨੂੰ ਆਪਾਂ ਗੁਣਾ ਕਰਕੇ ਦੇਖ ਲੈਂਦੇ ਹਾਂ। ਕਿਹਦੇ ਨਾਲ ਕਰਾਂਗੇ? 37 ਦੂਣੀ ਪਹਾੜਾ ਲਿਖੀ, 37 × 37, 37 37 ਜੋੜੇ 74, 74 ਦੇ ਵਿੱਚ 37 ਜੋੜੇ, ਇੱਕ ਉੱਪਰ ਇੱਕ ਆ ਗਿਆ, 7 3 10 ਤੇ 11, 111 ਆਉਂਦਾ ਹੈ। ਧਿਆਨ ਨਾਲ ਦੇਖੋ, 37 ਨੂੰ 3 ਨਾਲ ਗੁਣਾ ਕੀਤੀ ਤਾਂ 111 ਆ ਰਿਹਾ ਹੈ। ਇਹਦਾ ਮਤਲਬ 37 ਦੇ ਪਹਾੜੇ ਤੇ 111 ਜਾਂਦਾ ਹੈ। ਇਹਦਾ ਮਤਲਬ 37 ਨੂੰ ਵੰਡ ਕਰ ਸਕਦੀ ਹੈ ਨਾ ਸੌਖਾ। ਤੁਸੀਂ ਬਸ ਇਹ ਦੇਖਣਾ ਕਿ 37 ਦੇ ਪਹਾੜੇ ਤੇ 111 ਆ ਰਿਹਾ ਕਿ ਨਹੀਂ ਆ ਰਿਹਾ। 4 ਦੇ ਪਹਾੜੇ ਤੇ 5 ਦੇ ਪਹਾੜੇ ਤੇ ਤਾਂ ਆ ਹੀ ਨਹੀਂ ਸਕਦਾ, ਅਖੀਰ 'ਚ 5 ਹੈ। 4 ਤੇ ਵੀ ਨਹੀਂ ਆ ਰਿਹਾ। 37 ਦੇ ਪਹਾੜੇ ਨੇ ਦੇਖਿਆ ਤੁਸੀਂ, 37 × 37, 37 ਦੂਣੀ 74, 37 ਤੀਆ 111, ਇਹਦਾ ਮਤਲਬ 37 ਭਾਗ ਕਰੇਗਾ। 16ਵਾਂ ਕੁਐਸਚਨ ਦੇਖੋ। ਕਿਸੇ ਵੀ ਪੰਜਭੁਜ ਦੇ ਅੰਦਰੂਨੀ ਕੋਣਾਂ ਦਾ ਜੋੜਫਲ ਕਿੰਨਾ ਹੁੰਦਾ ਹੈ। ਹੁਣ ਇਹ ਸਵਾਲ ਧਿਆਨ ਨਾਲ ਦੇਖਣਾ ਬੇਟਾ। ਜੇ ਪੰਜਭੁਜ ਦਾ ਮਤਲਬ ਹੁੰਦਾ 5 ਭੁਜਾਵਾਂ ਵਾਲਾ ਬਹੁਭੁਜ। ਅੰਦਰੂਨੀ ਕੋਣਾਂ ਦਾ ਜੋੜਫਲ ਦਾ ਫਾਰਮੂਲਾ ਹੁੰਦਾ ਹੈ n-2 ਗੁਣਾ 180। ਇਹ ਫਾਰਮੂਲਾ ਤੁਸੀਂ ਯਾਦ ਰੱਖਣਾ ਹੈ। ਇੱਥੇ 5 ਭੁਜ ਆਵੇ, 6 ਭੁਜ ਆਵੇ, ਚਤੁਰਭੁਜ ਆਵੇ, ਤ੍ਰਿਭੁਜ ਆਵੇ, 9 ਭੁਜ ਆਵੇ, 10 ਭੁਜ ਆਵੇ, ਸਾਨੂੰ ਕੋਈ ਮਤਲਬ ਨਹੀਂ। ਅੰਦਰੂਨੀ ਕੋਣ ਆ ਗਿਆ ਨਾ, ਅੰਦਰੂਨੀ ਕੋਣਾਂ ਦਾ ਫਾਰਮੂਲਾ ਕੀ ਯਾਦ ਕੀਤਾ? n-2 ਗੁਣਾ 180। ਇਹ ਫਾਰਮੂਲਾ ਤੁਸੀਂ ਯਾਦ ਕਰ ਲੈਂਦੇ ਹੋ। ਅਤੇ ਇੱਥੇ 5 ਭੁਜ ਲਿਖਿਆ ਤਾਂ ਤੁਸੀਂ n ਨੂੰ 5 ਭਰਨਾ ਹੈ, 6 ਭੁਜ ਲਿਖਿਆ 6 ਭਰਨਾ ਹੈ, 7 ਭੁਜ ਲਿਖਿਆ 7 ਭਰਨਾ ਹੈ, ਤ੍ਰਿਭੁਜ ਲਿਖਿਆ 3 ਭਰਨਾ ਹੈ। ਅਤੇ ਸਾਡੇ ਕੋਲ 5 ਭੁਜ ਲਿਖਿਆ ਸੀ, ਮੈਂ 5 ਭਰਿਆ। 5 - 2 ਗੁਣਾ 180। 5 'ਚ 2 ਘਟਾਓ 3, 3 ਗੁਣਾ 180 ਕਰਕੇ ਦੇਖੋ 540 ਹੁੰਦਾ ਹੈ। ਇਹਦਾ ਮਤਲਬ ਸਾਡਾ ਕਿਹੜਾ ਆਪਸ਼ਨ ਆਇਆ ਜੀ? ਸਾਡਾ ਆਪਸ਼ਨ ਸੈਕਿੰਡ ਆਇਆ। ਇਸ ਤਰ੍ਹਾਂ ਆਪਾਂ ਪਹਿਲੇ ਕੁਐਸਚਨ ਦੇ ਵਿੱਚ 16 ਕੁਐਸਚਨ ਕੀਤੇ ਨੇ ਜਿਹੜੇ ਕਿ ਬਹੁ ਵਿਕਲਪੀ ਸੀ, 4 ਆਪਸ਼ਨਸ ਵਾਲੇ ਸੀਗੇ, ਅਤੇ ਜਿਹਦੇ ਵਿੱਚੋਂ ਅਸੀਂ ਇੱਕ ਨੂੰ
ਟਿਕ ਕਰਨਾ ਸੀਗਾ। ਹੁਣ ਆਪਾਂ ਕਰਨ ਲੱਗੇ ਹਾਂ ਦੂਜਾ ਸਵਾਲ, ਜਿਹਦੇ ਵਿੱਚ ਤੁਹਾਨੂੰ 8 ਕੁਐਸਚਨ ਮਿਲਣੇ ਨੇ, ਜਿਹਦੇ ਵਿੱਚ ਤੁਸੀਂ ਸਿਰਫ ਸਹੀ ਤੇ ਗਲਤ ਨੂੰ ਟਿਕ ਕਰਨਾ ਬੇਟਾ, ਸਿਰਫ ਸਹੀ ਤੇ ਗਲਤ ਨੂੰ। ਬਸ ਰਕਮ ਪੜ੍ਹਨੀ ਹੈ ਕਿ ਉਹ ਸਹੀ ਕਹਿ ਰਿਹਾ ਹੈ ਜਾਂ ਗਲਤ ਕਹਿ ਰਿਹਾ ਹੈ। ਕਹਿੰਦਾ ਆਇਤ ਦੇ ਵਿਕਰਨ ਬਰਾਬਰ ਹੁੰਦੇ ਹਨ। ਬਿਲਕੁਲ ਸਹੀ ਜਵਾਬ ਹੈ ਬੇਟਾ ਜੀ, ਆਇਤ ਦੇ ਵਿਕਰਨ ਹਮੇਸ਼ਾ ਬਰਾਬਰ ਹੁੰਦੇ ਹਨ। ਸਾਡੇ ਕੋਲ ਨਾ 4 ਤਰ੍ਹਾਂ ਦੇ ਜਿਹੜੇ ਚਤੁਰਭੁਜ ਹੁੰਦੇ ਨੇ, ਆਇਤ, ਵਰਗ, ਸਮਾਂਤਰ ਚਤੁਰਭੁਜ ਤੇ ਸਮਚਤੁਰਭੁਜ। ਦੇਖੋ ਬੇਟਾ, ਸਾਡੇ 4 ਚਤੁਰਭੁਜ ਹੁੰਦੇ ਨੇ। ਆਇਤ 90 ਤੇ ਖੜਾ ਹੁੰਦਾ, ਵਰਗ ਵੀ 90 ਡਿਗਰੀ ਤੇ ਖੜਾ ਹੁੰਦਾ, ਬਿਲਕੁਲ 90 ਡਿਗਰੀ ਤੇ ਐਂਕੋਣ ਬੰਦਾ ਨਾ, ਤੇ ਜਿਹੜੀ ਫਿਗਰ 90 ਡਿਗਰੀ ਤੇ ਖੜੀ ਹੁੰਦੀ ਹੈ ਉਸ ਦੇ ਵਿਕਰਨ ਬਰਾਬਰ ਹੁੰਦੇ ਨੇ ਬੇਟਾ, ਇਹਦੇ ਵੀ ਵਿਕਰਨ ਬਰਾਬਰ ਹੁੰਦੇ ਨੇ। ਲੇਕਿਨ ਜਿਹੜੀ ਟੇਢੀ ਭੁਜਾ ਹੁੰਦੀ ਹੈ, ਸਮਾਂਤਰ ਚਤੁਰਭੁਜ ਥੋੜ੍ਹਾ ਜਿਹਾ ਟੇਢਾ ਹੁੰਦਾ ਹੈ ਤੇ ਇਹਦਾ ਇੱਕ ਵਿਕਰਨ ਛੋਟਾ ਤੇ ਇੱਕ ਵਿਕਰਨ ਵੱਡਾ ਹੁੰਦਾ, ਇਹਦੇ ਵਿਕਰਨ ਬਰਾਬਰ ਨਹੀਂ ਹੁੰਦੇ। ਸਮਚਤੁਰਭੁਜ ਦਾ ਵੀ ਇੱਕ ਵਿਕਰਨ ਵੱਡਾ ਤੇ ਇੱਕ ਛੋਟਾ ਹੁੰਦਾ ਹੈ। ਤੇ ਇਸ ਗੱਲ ਦਾ ਧਿਆਨ ਰੱਖਿਓ ਕਿ ਪੇਪਰ ਦੇ ਵਿੱਚ ਆਇਤ ਦੀ ਥਾਂ ਵਰਗ ਆਏਗਾ ਤਾਂ ਵੀ ਵਿਕਰਨ ਬਰਾਬਰ ਹੁੰਦੇ ਨੇ, ਪਰ ਸਮਾਂਤਰ ਚਤੁਰਭੁਜ ਦੇ ਵਿਕਰਨ ਬਰਾਬਰ ਨਹੀਂ ਹੁੰਦੇ, ਸਮਚਤੁਰਭੁਜ ਦੇ ਵੀ ਨਹੀਂ ਹੁੰਦੇ। ਫਿਲਹਾਲ ਸਾਨੂੰ ਆਇਤ ਪੁੱਛਿਆ ਗਿਆ ਸੀਗਾ, ਇਸ ਕਰਕੇ ਅਸੀਂ ਸਹੀ ਤੇ ਟਿਕ ਕੀਤਾ ਹੈ। ਦੂਜਾ ਕੁਐਸਚਨ ਦੇਖੋ ਬੇਟਾ ਜੀ, ਬਿੰਦੂ -9,0 y ਧੁਰੇ ਤੇ ਸਥਿਤ ਹੈ। ਬਿਲਕੁਲ ਗਲਤ। ਧਿਆਨ ਨਾਲ ਗੱਲ ਨਾਲ ਸਮਝਣਾ ਤੁਸੀਂ ਕਿ ਸਾਡਾ ਜਿਹੜਾ ਬਿੰਦੂ ਹੁੰਦਾ ਨਾ, ਉਹ ਹੁੰਦਾ x, y। ਠੀਕ ਹੈ। ਹੁਣ x, y ਨੂੰ ਇੱਥੇ x ਦਾ ਘਰ ਹੈ, ਪਹਿਲਾ ਘਰ ਹਮੇਸ਼ਾ x ਦਾ ਮੰਨਿਆ ਜਾਂਦਾ ਹੈ, ਦੂਜਾ ਘਰ ਹਮੇਸ਼ਾ y ਦਾ ਮੰਨਿਆ ਜਾਂਦਾ ਹੈ। ਹੁਣ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਬੇਟਾ ਜੇਕਰ x, y ਦੇ ਵਿੱਚ ਆਪਾਂ ਬਿੰਦੂ x ਧੁਰੇ ਦੀ ਗੱਲ ਕਰੀਏ ਤਾਂ x ਧੁਰੇ ਦਾ ਮਤਲਬ ਹੈ x ਆਪਣੇ ਘਰੇ ਬੈਠਾ ਹੈ ਪਰ y ਆਪਣੇ ਘਰੋਂ ਨਹੀਂ ਹੈਗਾ, 0 ਹੈ, ਇਹਨੂੰ ਬੋਲਦੇ ਆ x ਧੁਰਾ। ਲੇਕਿਨ ਜੇ ਗੱਲ ਕਰੀਏ y ਧੁਰੇ ਦੀ ਤੇ y ਧੁਰੇ ਦੇ ਵਿੱਚ ਇਹਦਾ ਮਤਲਬ ਕੀ ਹੁੰਦਾ ਹੈ, y ਆਪਣੇ ਘਰੇ ਬੈਠਾ ਹੈ ਤੇ x ਹੁੰਦਾ ਹੈ 0। ਹੁਣ ਤੁਸੀਂ ਦੇਖੋ ਕਿ ਇੱਥੇ ਕੀ ਹੋਇਆ, ਇੱਥੇ x ਵਾਲੀ ਥਾਂ ਤੇ ਕੋਈ ਨਾ ਕੋਈ ਰਕਮ ਬੈਠੀ ਹੈ, y ਵਾਲੇ ਘਰ 'ਚ 0 ਹੈ, ਤੇ ਜੇ y ਵਾਲੇ ਘਰ 'ਚ 0 ਹੈ ਇਹਦਾ ਮਤਲਬ ਇਹਨੂੰ y ਧੁਰਾ ਕਿੱਦਾਂ ਕਹਿ ਸਕਦੇ ਹਾਂ, ਇਹ ਤਾਂ x ਧੁਰਾ ਹੋਇਆ ਨਾ, ਤੇ ਇਹ ਕਹਿ ਰਿਹਾ y ਧੁਰਾ, ਇਹਦਾ ਮਤਲਬ ਇਹ ਗਲਤ ਕਹਿ ਰਿਹਾ। ਧਿਆਨ ਨਾਲ ਸਮਝਿਓ, ਜੇ ਤੁਹਾਡੇ ਪੱਕੇ ਪੇਪਰ ਦੇ ਵਿੱਚ ਰਕਮ ਇੱਦਾਂ ਦੀ ਆ ਜਾਏ ਕਿ ਪਹਿਲੇ 0 ਹੈ ਫਿਰ ਕੁਛ ਰਕਮ ਲਿਖੀ ਹੈ ਤੇ y ਧੁਰੇ ਹੋਏਗਾ। ਯਾਦ ਰੱਖਣਾ ਹੈ x ਧੁਰੇ ਦੇ ਵਿੱਚ y 0 ਹੁੰਦਾ ਹੈ, y ਧੁਰੇ ਦੇ ਵਿੱਚ x 0 ਹੁੰਦਾ ਹੈ। ਦੂਜਾ ਸਵਾਲ ਉਮੀਦ ਹੈ ਸਮਝ ਆ ਗਿਆ ਹੋਵੇਗਾ। ਤੀਜੇ ਸਵਾਲ ਵੱਲ ਚਲਦੇ ਹਾਂ। 1 2 3 4 5 6 ਸੰਖਿਆ 9 ਦਾ ਗੁਣਜ ਹੈ। ਬੇਟਾ ਯਾਦ ਰੱਖਿਓ 9 ਦਾ ਗੁਣਜ ਕਿੱਦਾਂ ਚੈੱਕ ਕਰਦੇ ਹਾਂ, ਆਪਾਂ ਸੰਖਿਆਵਾਂ ਨੂੰ ਜੋੜ ਕਰਦੇ ਹਾਂ। ਦੇਖੋ 1 ਜਮਾ 2 ਜਮਾ 3 ਜਮਾ 4 ਜਮਾ 5 ਜਮਾ 6, 6 ਤੇ 5 11 ਤੇ 4 15, 16 17 18 19 20 ਤੇ 1 21। 21 9 ਦੇ ਪੜ੍ਹ ਤੇ ਜਾਂਦਾ ਨਹੀਂ ਜਾਂਦਾ, ਇਹਦਾ ਮਤਲਬ ਇਹ 9 ਦਾ ਗੁਣਜ ਨਹੀਂ ਹੈ। ਜਦਕਿ ਇਹ ਕੀ ਕਹਿ ਰਿਹਾ, 9 ਦਾ ਗੁਣਜ ਹੈ, ਇਹ ਤਾਂ ਗਲਤ ਕਹਿ ਰਿਹਾ। ਸਮਝ ਲੱਗੀ 9 ਦਾ ਕਿੱਦਾਂ ਚੈੱਕ ਕਰਨਾ ਹੈ। ਸੰਖਿਆਵਾਂ ਦਾ ਜੋੜ ਜੇ 9 ਦੇ ਪੜ੍ਹ ਤੇ ਜਾਏਗਾ ਤਾਂ ਰਕਮ ਵੀ 9 ਨਾਲ ਭਾਗ ਹੋਏਗੀ। ਚੌਥੇ ਵੱਲ ਚਲਦੇ ਹਾਂ। ਚੌਥਾ ਕੁਐਸਚਨ ਕਹਿੰਦਾ ਜੀ ਕਿਸੇ ਗੋਲ ਨਕਸ਼ਾ ਵਿੱਚ ਕੁੱਲ ਕੇਂਦਰੀ ਕੋਣ 360 ਹੁੰਦਾ ਹੈ। ਬੇਟਾ ਗੋਲ ਨਕਸ਼ਾ ਤੁਹਾਨੂੰ ਸਮਝਦੇ, ਆਹ ਗੋਲ ਨਕਸ਼ਾ ਹੁੰਦਾ ਹੈ ਤੇ ਅੰਡਰਸਟੂਡ ਹੈ, ਪੂਰਾ ਕੰਪਲੀਟ ਕੋਣ ਕਿੰਨਾ ਹੁੰਦਾ, 360 ਹੁੰਦਾ ਹੈ। ਬਿਲਕੁਲ ਸਹੀ ਕਹਿ ਰਿਹਾ ਹੈ, ਗੋਲ ਨਕਸ਼ੇ ਵਿੱਚ ਕੁੱਲ ਕੇਂਦਰੀ ਕੋਣ ਹਮੇਸ਼ਾ 360 ਹੁੰਦਾ ਹੈ। ਪੰਜਵੇਂ ਭਾਗ ਵੱਲ 2 ਦੀ ਘਾਤ -3 ਦਾ ਮੁੱਲ -6 ਹੈ। ਬੇਟਾ 2 ਦੀ ਘਾਤ -3 ਦੇ ਵਿੱਚ ਦੇਖੋ 2 ਇੱਕ ਦੇ ਥੱਲੇ ਹੋਊਗਾ ਚਾਹੇ, ਪਰ ਹੋਊਗਾ ਤਾਂ 2 ਗੁਣਾ 2 ਗੁਣਾ 2 ਨਾ, ਆਂਸਰ ਆਏਗਾ 1/8। ਇਹ ਤਾਂ 6 ਕਹਿ ਰਿਹਾ, ਇਹਦਾ ਮਤਲਬ ਗਲਤ ਕਹਿ ਰਿਹਾ। ਇੱਕ ਵੇਲਣ ਜਿਸ ਦੀ ਉਚਾਈ ਅਤੇ ਅਰਧ ਵਿਆਸ 1 ਸੈਂਟੀਮੀਟਰ ਹੈ ਦੀ ਕੁੱਲ ਸਤਹ ਦਾ ਖੇਤਰਫਲ 4 ਪਾਈ ਸੈਂਟੀਮੀਟਰ ਦੀ 2 ਹੈ। ਪਹਿਲਾਂ ਸਾਨੂੰ ਕੁੱਲ ਸਤਹ ਦਾ ਖੇਤਰਫਲ ਪਤਾ ਹੋਣਾ ਚਾਹੀਦਾ ਹੈ। 2 ਪਾਈ ਆਰ ਬ੍ਰੈਕਟ ਦੇ ਵਿੱਚ ਆਰ ਜਮਾ ਐਚ। ਹੁਣ ਆਪਾਂ ਕੀ ਕਰਨਾ, ਦੇਖੋ 2 ਨੂੰ 2 ਲਿਖਣਾ ਹੈ, ਪਾਈ ਨੂੰ ਪਾਈ ਹੀ ਲਿਖ ਦੇਣਾ ਹੈ, ਆਰ ਨੂੰ 1 ਭਰਨਾ ਹੈ। ਆਰ ਕਿੰਨਾ ਹੈ, 1 ਹੈ। ਫਿਰ ਬ੍ਰੈਕਟ ਦੇ ਵਿੱਚ ਆਰ ਵੀ 1 ਹੈ, ਐਚ ਵੀ 1 ਹੈ, ਅਤੇ 1 ਤੇ ਕਿੰਨੇ ਹੋ ਗਏ 2, 2 ਦੂਣੀ 4। ਬਿਲਕੁਲ ਸਹੀ ਆਂਸਰ ਆ ਗਿਆ 4 ਪਾਈ ਸੈਂਟੀਮੀਟਰ ਦੀ ਘਾਤ 2। ਸਹੀ ਕਹਿ ਰਿਹਾ ਬੇਟਾ ਉਹ। 6ਵਾਂ ਭਾਗ ਵੀ ਕੰਪਲੀਟ ਹੋ ਗਿਆ। 7ਵੇਂ ਭਾਗ ਵੱਲ ਚਲਦੇ ਹਾਂ। ਕਿਸੇ ਸੌਫਟ ਡਰਿੰਕ ਫੈਕਟਰੀ ਵਿੱਚ ਇੱਕ ਮਸ਼ੀਨ 840 ਬੋਤਲਾਂ 6 ਘੰਟੇ ਵਿੱਚ ਭਰਦੀ ਹੈ। ਹੁਣ ਤੁਸੀਂ ਧਿਆਨ ਨਾਲ ਦੇਖਣਾ ਬੇਟਾ, ਮੈਂ ਥੋੜ੍ਹਾ ਦੱਸਦਾ ਤੁਹਾਨੂੰ। ਜੇ ਬੋਤਲਾਂ ਤੁਹਾਡੇ ਕੋਲ 840 ਹੈ ਅਤੇ ਉਹਨੂੰ ਭਰਨ ਲਈ ਸਮਾਂ ਲੱਗਦਾ ਹੈ 6 ਘੰਟੇ ਦਾ,
ਉਹ ਮਸ਼ੀਨ 5 ਘੰਟੇ ਵਿੱਚ ਕਿੰਨੀਆਂ ਬੋਤਲਾਂ ਭਰੇਗੀ। ਹੁਣ ਸਮਾਂ ਘਟ ਗਿਆ, ਜੇ ਸਮਾਂ ਘਟਾ ਦੋਗੇ 5 ਘੰਟੇ ਤਾਂ ਬੋਤਲਾਂ ਵੀ ਤਾਂ ਘਟਣਗੀਆਂ ਕਿ ਨਹੀਂ। ਇਹਦਾ ਮਤਲਬ ਜੇਕਰ ਅਸੀਂ ਸਮਾਂ ਘਟਾਉਂਦੇ ਹਾਂ ਤਾਂ ਬੋਤਲਾਂ ਵੀ ਘਟਦੀਆਂ ਆ। ਇੱਕ ਚੀਜ਼ ਨੂੰ ਘਟਾਉਣ ਨਾਲ ਜੇ ਦੂਜਾ ਵੀ ਘਟ ਜੇ ਤਾਂ ਇਹਨੂੰ ਬੋਲਦੇ ਹਾਂ ਅਸੀਂ ਸਿੱਧਾ ਅਨੁਪਾਤ। ਯਾਦ ਰੱਖਣਾ ਹੈ, ਬੋਤਲਾਂ ਜਿੰਨੀਆਂ ਜ਼ਿਆਦਾ ਸਮਾਂ ਵੀ ਉਨਾ ਜ਼ਿਆਦਾ, ਸਮਾਂ ਜਿੰਨਾ ਘੱਟ ਬੋਤਲਾਂ ਵੀ ਉਨੀਆਂ ਹੀ ਘੱਟ। ਇਹਦਾ ਮਤਲਬ ਦੋਨੇ ਇੱਕੋ ਥਾਂ 'ਤੇ ਚੱਲਦੇ ਆ, ਦੋਨੇ ਵਧਣਗੇ ਜਾਂ ਦੋਨੇ ਹੀ ਘਟਣਗੇ, ਇਹਨੂੰ ਕਹਿੰਦੇ ਆ ਸਿੱਧਾ ਅਨੁਪਾਤ। ਅਤੇ ਉਹਨੇ ਸਾਨੂੰ ਪੁੱਛਿਆ ਕਿ ਕੀ ਇਹ ਪ੍ਰਸ਼ਨ ਸਿੱਧੇ ਅਨੁਪਾਤ ਦੀ ਉਦਾਹਰਨ ਹੈ। ਬਿਲਕੁਲ ਸਹੀ, ਇਹ ਜਿਹੜੀ ਹੈ ਸਿੱਧੇ ਅਨੁਪਾਤ ਦੀ ਹੀ ਉਦਾਹਰਨ ਹੋਏਗੀ। 8ਵਾਂ ਆਪਾਂ ਕਰਨ ਲੱਗੇ ਹਾਂ, ਧਿਆਨ ਨਾਲ ਦੇਖਣਾ ਹੈ। ਜੇਕਰ ਕਿਸੇ ਵਰਗ ਦੀ ਇੱਕ ਭੁਜਾ ਪਤਾ ਹੋਵੇ ਤਾਂ ਕੀ ਤੁਸੀਂ ਵਰਗ ਦੀ ਰਚਨਾ ਕਰ ਸਕਦੇ ਹੋ। ਬਿਲਕੁਲ ਸਹੀ ਕਰ ਸਕਦੇ ਹੋ। ਕਿਉਂ? ਕਿਉਂਕਿ ਵਰਗ ਦੀਆਂ ਚਾਰੇ ਹੀ ਭੁਜਾਵਾਂ ਬਰਾਬਰ ਹੁੰਦੀਆਂ ਨੇ, ਇਸ ਕਰਕੇ ਅਸੀਂ ਵਰਗ ਦੀ ਰਚਨਾ ਕਰ ਸਕਦੇ ਹਾਂ, ਕਿਉਂਕਿ ਉਹਦਾ ਕੋਣ ਵੀ 90 ਡਿਗਰੀ ਦਾ ਪਤਾ ਹੁੰਦਾ ਹੈ ਅਤੇ ਭੁਜਾਵਾਂ ਵੀ ਪਤਾ ਹੁੰਦੀਆਂ ਨੇ। ਅਤੇ ਇਸ ਤਰ੍ਹਾਂ ਸਾਡਾ ਦੂਜਾ ਕੁਐਸਚਨ ਜਿਹੜਾ ਸਹੀ ਜਾਂ ਗਲਤ ਨਾਲ 8 ਕੁਐਸਚਨ ਦੇ ਰਿਹਾ ਸੀਗਾ, ਅਸੀਂ ਉਹ ਵੀ ਕੰਪਲੀਟ ਕੀਤਾ ਹੈ। ਤੁਹਾਨੂੰ ਸਮਝ ਜ਼ਰੂਰ ਆਇਆ ਹੋਏਗਾ ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਕੁਐਸਚਨ ਨੂੰ ਹੱਲ ਕਰਨਾ ਹੈ। ਹੁਣ ਆਪਾਂ ਖਾਲੀ ਥਾਵਾਂ 'ਤੇ ਚੱਲਦੇ ਹਾਂ, ਜਿਹੜੇ ਫਿਰ 8 ਖਾਲੀ ਥਾਵਾਂ ਤੁਹਾਨੂੰ ਮਿਲਣਗੇ, ਜਿਨ੍ਹਾਂ ਵਿੱਚੋਂ ਅਸੀਂ ਖਾਲੀ ਥਾਂ ਭਰਨਾ ਹੈ, ਜਦਕਿ 2-2 ਆਪਸ਼ਨਸ ਤੁਹਾਨੂੰ ਦਿੱਤੀਆਂ ਗਈਆਂ ਨੇ ਇਹਦੇ ਵਿੱਚ ਵੀ, ਜੋ ਕਿ ਤੁਸੀਂ ਫਿਲ ਕਰਨੀ ਹੈ। ਲਓ ਜੀ, ਪਹਿਲਾ ਸਵਾਲ ਦੇਖੋ। ਦਿੱਤਾ ਗ੍ਰਾਫ ਸਮੇਂ ਅਤੇ ਤਾਪਮਾਨ ਵਿੱਚ ਡੈਸ਼ ਹੈ, ਸੰਭਵ ਜਾਂ ਅਸੰਭਵ। ਦੇਖੋ ਆਹ ਹੈ ਸਮਾਂ, ਮੰਨ ਲਓ ਸਵੇਰ ਦੇ 5 ਵਜੇ ਆ, ਫਿਰ 6 ਵੱਜ ਗਏ, 7, 8, 9, 10। ਜਿੱਦਾਂ ਜਿੱਦਾਂ ਸਮਾਂ ਵੱਧ ਰਿਹਾ ਉੱਦਾਂ ਉੱਦਾਂ ਤੁਹਾਡਾ ਤਾਪਮਾਨ ਵੀ ਵੱਧ ਰਿਹਾ। ਕੀ ਇਹ ਸੰਭਵ ਹੈ? ਬਿਲਕੁਲ ਸੰਭਵ ਹੈ। ਸਵੇਰੇ 5 ਵਜੇ ਠੰਡ ਹੁੰਦੀ ਹੈ, ਠੀਕ ਹੈ ਨਾ। ਜਿੱਦਾਂ ਜਿੱਦਾਂ ਸਮਾਂ ਵੱਧਦਾ ਜਾਂਦਾ ਸਾਡਾ ਜਿਹੜਾ ਤਾਪਮਾਨ ਹੈ ਉਹ ਵੱਧਦਾ ਜਾਂਦਾ ਹੈ, ਗਰਮੀ ਸ਼ੁਰੂ ਹੋ ਜਾਂਦੀ ਹੈ। ਇਹਦਾ ਮਤਲਬ ਇਹ ਚੀਜ਼ ਸਾਡੀ ਸੰਭਵ ਹੈ। ਦੂਜਾ ਦੇਖੋ, ਇੱਕ ਸੰਖਿਆ ਜਿਸ ਦਾ ਇਕਾਈ ਅੰਕ 5 ਹੋਵੇ ਉਹ ਹਮੇਸ਼ਾ ਕਿਸ ਦਾ ਗੁਣਜ ਹੁੰਦੀ ਹੈ। ਬੇਟਾ 5 ਦਾ ਹੀ ਗੁਣਜ ਹੁੰਦੀ ਹੈ ਨਾ। ਦੱਸਿਆ ਸੀ ਤੁਹਾਨੂੰ ਕਿ 5 ਨਾਲ 5 ਦੇ ਪਹਾੜੇ 'ਤੇ 5 ਜਾਂ 0 ਆਉਂਦਾ ਹੈ। ਵਰਗ ਦਾ ਹਰੇਕ ਕੋਣ ਡੈਸ਼ ਹੁੰਦਾ ਹੈ। ਹੁਣੇ ਕੀਤਾ ਸੀ, ਵਰਗ ਦਾ ਹਰੇਕ ਕੋਣ ਕੀ ਹੁੰਦਾ ਹੈ? 90 ਡਿਗਰੀ ਹੁੰਦਾ ਹੈ। ਦੇਖੋ ਕਿੰਨੇ ਸੌਖੇ ਸਵਾਲ ਤੁਹਾਨੂੰ ਖਾਲੀ ਥਾਵਾਂ ਦੇ ਰੂਪ ਵਿੱਚ ਮਿਲੇ ਨੇ। ਆਪਸ਼ਨ ਨਾਲ ਦਿੱਤੀਆਂ ਨੇ, ਬਸ ਤੁਸੀਂ ਉਹਨਾਂ ਦੋਨਾਂ ਦੇ ਵਿੱਚੋਂ ਸੋਚਣਾ ਹੈ ਕਿਹੜੀ ਆਪਸ਼ਨ ਸਹੀ ਹੋਏਗੀ। 3 ਕੁਐਸਚਨ ਕੰਪਲੀਟ ਹੋ ਗਏ ਨੇ, ਅੱਗੇ ਚੱਲਦੇ ਹਾਂ। ਦਿੱਤੇ ਗਏ ਪਾਈ ਚਾਰਟ ਵਿੱਚ ਇੱਕ ਸਕੂਲ ਦੇ ਲੜਕੇ ਅਤੇ ਲੜਕੀਆਂ ਦੀ ਗਿਣਤੀ ਦਰਸਾਈ ਗਈ ਹੈ। ਜੇਕਰ ਇਸ ਸਕੂਲ ਦੇ ਕੁੱਲ ਵਿਦਿਆਰਥੀਆਂ ਦੀ ਗਿਣਤੀ 400 ਹੋਵੇ ਤਾਂ ਲੜਕਿਆਂ ਦੀ ਗਿਣਤੀ ਪੁੱਛ ਰਿਹਾ। ਬੇਟਾ ਲੜਕੇ ਹੈਗੇ 90 ਡਿਗਰੀ। ਦੇਖੋ ਇੱਥੇ ਕੀ ਦਿਖ ਰਿਹਾ ਤੁਹਾਨੂੰ? 90 ਡਿਗਰੀ। ਅਤੇ ਤੁਹਾਨੂੰ ਪਤਾ ਡਿਗਰੀ ਟੋਟਲ ਕਿੰਨਾ? ਦੇਖੋ ਇੱਥੇ ਹੈ 270, ਇੱਥੇ ਹੈ 90, ਅਤੇ ਦੋਨਾਂ ਦਾ ਜੋੜ ਹੋ ਗਿਆ 360। ਇਹਦਾ ਮਤਲਬ ਕੀ ਕਰਨਾ ਹੈ? 90/360 ਗੁਣਾ ਕੁੱਲ ਬੱਚੇ ਕਿੰਨੇ ਨੇ? 400। ਜਦੋਂ ਵੀ ਇਸ ਤਰ੍ਹਾਂ ਕੱਢਣਾ ਹੋਵੇ ਤੁਸੀਂ, ਜੇ ਲੜਕੇ ਕੱਢਣੇ ਆ ਤਾਂ 90/360 ਗੁਣਾ 400 ਕਰਨਾ ਹੈ। ਜੇ ਲੜਕੀਆਂ ਕੱਢਣੀਆਂ ਤਾਂ 270/360 ਗੁਣਾ 400 ਕਰਨਾ ਹੁੰਦਾ। ਹੁਣ 90 ਨਾਲ 0 ਕੱਟਿਆ ਗਿਆ। ਫਿਰ ਦੇਖੋ 9 ਦੇ ਪਹਾੜੇ 'ਤੇ 36 ਆਉਂਦਾ ਆ, 9 ਏਕਮ 9, 9 ਚੌਕਾ 36, ਅਤੇ 400 ਨਾਲ 4 ਕੱਟਿਆ ਤਾਂ ਆ ਗਿਆ 100। ਇਹਦਾ ਮਤਲਬ ਕਿੰਨੇ ਬੱਚੇ ਹੋਣਗੇ? 100 ਬੱਚੇ ਹੋਣਗੇ। 5ਵਾਂ ਸਵਾਲ ਦੇਖੋ ਕਿੰਨਾ ਸੌਖਾ ਹੈ। ਆਇਤਾਕਾਰ ਬਕਸੇ ਦੀ ਲੰਬਾਈ ਵੀ ਦਿੱਤੀ ਹੈ, ਚੌੜਾਈ ਵੀ ਦਿੱਤੀ ਹੈ, ਅਤੇ ਖੇਤਰਫਲ ਪੁੱਛ ਰਿਹਾ। ਸਾਰਿਆਂ ਨੂੰ ਪਤਾ ਖੇਤਰਫਲ ਕੀ ਹੁੰਦਾ ਹੈ? ਲੰਬਾਈ ਅਤੇ ਚੌੜਾਈ ਦੀ ਗੁਣਾ। ਮੈਥ ਵਾਲਾ ਅੱਖਰ ਮੈਥ ਵਾਲੇ ਨਾਲ ਗੁਣਾ ਹੋਏਗਾ, 6 5 30, ਅਤੇ ਇਹ ਮਿਲ ਗਏ ਏ ਦੀ ਘਾਤ 2। ਦੇਖੋ ਕਿਹੜਾ ਆਪਸ਼ਨ ਹੈ? ਪਹਿਲਾ ਹੀ ਆਪਸ਼ਨ ਤੁਹਾਡਾ ਆਨਸਰ ਹੈ, ਜੋ ਕਿ ਤੁਸੀਂ ਭਰ ਦਿੱਤਾ ਹੈ। 5 ਪਾਰਟ ਕੰਪਲੀਟ ਹੋ ਗਏ। 6ਵਾਂ ਪਾਰਟ ਧਿਆਨ ਨਾਲ ਦੇਖਣਾ ਹੈ। 4 ਮਜ਼ਦੂਰ ਇੱਕ ਦੀਵਾਰ ਨੂੰ 10 ਦਿਨ ਵਿੱਚ ਪੂਰਾ ਕਰ ਰਹੇ। ਬੇਟਾ 4 ਮਜ਼ਦੂਰ ਇੱਕ ਦੀਵਾਰ ਨੂੰ 10 ਦਿਨਾਂ 'ਚ ਪੂਰਾ ਕਰਦੇ ਨੇ। ਤੁਸੀਂ ਚਾਹੁੰਦੇ ਹੋ ਕਿ ਦੀਵਾਰ 5 ਦਿਨ 'ਚ ਪੂਰੀ ਹੋ ਜਾਏ। ਹੁਣ ਦੇਖੋ 10 ਦਿਨ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਸੀ ਤੁਸੀਂ 5 ਦਿਨ 'ਚ ਕਰਨਾ ਚਾਹੁੰਦੇ ਹੋ, ਤਾਂ ਮਤਲਬ ਬੰਦੇ ਡਬਲ ਕਰਨੇ ਪੈਣਗੇ। 4 ਮਜ਼ਦੂਰ ਹੋਰ ਲਿਆਉਣੇ ਪੈਣੇ ਆ। ਤਾਂ ਉਹੀ ਕਹਿ ਰਿਹਾ ਕਿ ਕਿੰਨੇ ਹੋਰ ਮਜ਼ਦੂਰਾਂ ਦੀ ਲੋੜ ਪਵੇਗੀ? 4 ਮਜ਼ਦੂਰਾਂ ਦੀ। 4 ਆਪਸ਼ਨ ਆਇਆ। 7ਵਾਂ ਭਾਗ ਦੇਖੋ। ਇੱਕ ਟਰੱਕ 25 ਮਿੰਟ ਵਿੱਚ 14 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ ਅਤੇ 50 ਮਿੰਟ ਵਿੱਚ ਕਿੰਨੀ ਕਰੇਗਾ? ਬੇਟਾ ਜੇ 25 'ਚ 14 ਕਰ ਰਿਹਾ ਤਾਂ 50 'ਚ ਡਬਲ ਕਰੇਗਾ। 14 ਦਾ 14 ਜਮਾ 14 28। ਕਿੰਨਾ ਹੀ ਸੌਖਾ ਸਵਾਲ ਪੁੱਛਿਆ ਗਿਆ। 28 ਕਿਲੋਮੀਟਰ ਕਰੇਗਾ। ਅਖੀਰਲਾ ਭਾਗ 8ਵਾਂ ਭਾਗ ਕਰਨ ਜਾ ਰਹੇ ਹਾਂ। 8 ਰੁਪਏ ਅਤੇ 50 ਪੈਸੇ। ਬੇਟਾ ਇੱਥੇ ਰੁਪਏ ਹੈ, ਇਹਨੂੰ ਵੀ ਪੈਸੇ ਬਣਾ ਲਓ। 800 ਪੈਸੇ ਹੋ ਗਏ। ਹੁਣ ਕੀ ਕਰਨਾ? 800 ਪੈਸੇ ਅਤੇ 50 ਪੈਸੇ ਦਾ ਅਨੁਪਾਤ ਕਰਨਾ। 0 0 ਕੱਟਿਆ ਗਿਆ।
5 एकम 5, 16 पंजा 80, अनुपात आ गया 16:1 ਤੁਹਾਡਾ आंसर। इस तरह ਅਸੀਂ 32 नंबर की तैयारी इस वीडियो ਦੇ ਵਿੱਚ ਕਰ ਚੁੱਕੇ ਹਾਂ, ਜਿਹਦੇ ਵਿੱਚ ਅਸੀਂ 16 ਕੁਐਸਚਨ ਬਹੁਵਿਕਲਪੀ, 8 ਕੁਐਸਚਨ ਸਹੀ ਗਲਤ ਤੇ 8 ਖਾਲੀ ਥਾਂ ਕੰਪਲੀਟ ਕਰ ਚੁੱਕੇ ਹਾਂ। ਹੁਣ ਭਾਗ ਐੜਾ ਵੀ ਇਸੇ ਵੀਡੀਓ ਦੇ ਵਿੱਚ ਅਸੀਂ ਕਰ ਲਾਂਗੇ। ਭਾਗ ਐੜੇ ਵਿੱਚ ਸਾਡੇ ਕੋਲ ਕੁੱਲ ਨੰਬਰ ਆਫ ਸਵਾਲ ਜਿਹੜੇ ਹੁੰਦੇ ਨੇ 8 ਹੁੰਦੇ ਨੇ ਬੇਟਾ, ਜੋ ਕਿ 2-2 ਨੰਬਰ ਦੇ ਨੇ। ਇਹਦਾ ਮਤਲਬ 16 ਨੰਬਰ ਦੀ ਹੋਰ ਤਿਆਰੀ 32 ਤੇ 16 48 ਨੰਬਰ ਤੁਹਾਡੇ ਇਸ ਵੀਡੀਓ ਦੇ ਵਿੱਚ ਤਿਆਰ ਹੋ ਰਹੇ ਹੈ। ਹੁਣ ਤੁਸੀਂ ਆਪਣਾ ਭਾਗ ਐੜੇ ਵੱਲ ਚੱਲਦੇ ਹਾਂ, ਧਿਆਨ ਨਾਲ ਦੇਖਣਾ ਹੈ। ਇਹ ਤੁਹਾਡੇ ਸਾਹਮਣੇ ਭਾਗ ਐੜਾ ਹੈ ਬੇਟਾ, ਜਿਹਦੇ ਵਿੱਚ 4 ਤੋਂ ਲੈ ਕੇ 11 ਤੱਕ ਦੇ ਸਵਾਲ ਹੋਣਗੇ 2-2 ਅੰਕਾਂ ਵਾਸਤੇ। ਚੌਥਾ ਸਵਾਲ ਦੇਖੋ 2 ਨੰਬਰ ਵਾਸਤੇ, 3/10 ਅਤੇ 9/10 ਦੇ ਵਿਚਕਾਰ 2 ਪਰਿਮੇਯ ਸੰਖਿਆਵਾਂ ਲਿਖੋ। ਬੇਟਾ ਦੇਖੋ ਥੱਲੇ ਹਰ ਬਰਾਬਰ ਨੇ, ਫਿਰ ਤਾਂ ਕੰਮ ਹੀ ਬੜਾ ਸੌਖਾ ਹੋ ਗਿਆ। 3/10 ਅਤੇ 9/10 ਦੇ ਵਿਚਕਾਰ ਹੋ ਗਈ। 3 ਤੋਂ ਬਾਅਦ ਕੀ ਹੁੰਦਾ ਬੇਟਾ? 4/10 ਤੇ 5/10। ਬਸ ਦੇਖੋ ਆਨਸਰ ਵੀ ਆ ਗਿਆ, ਕੁਝ ਕਰਨਾ ਹੀ ਨਹੀਂ ਸੀ। 3/10 ਤੇ 9/10 ਦੇ ਵਿਚਕਾਰ 2 ਸੰਖਿਆਵਾਂ ਲਿਖਣੀਆਂ ਸੀ। 4/10, 5/10, 6/10, 7/10, 8/10, ਕੋਈ ਵੀ ਲਿਖ ਸਕਦੇ ਸੀਗੇ। ਆਪਾਂ 2 ਲਿਖਣੀਆਂ ਸੀ, ਕੋਈ ਵੀ ਲਿਖ ਚੁੱਕੇ ਹਾਂ। ਇਸੇ ਤਰ੍ਹਾਂ ਚੌਥਾ ਕੁਐਸਚਨ ਕੰਪਲੀਟ। 5ਵੇਂ ਕੁਐਸਚਨ ਵੱਲ, ਦਿੱਤੇ ਸਮਾਂਤਰ ਚਤੁਰਭੁਜ ਵਿੱਚ y ਦਾ ਮੁੱਲ ਪਤਾ ਕਰੋ। ਦੇਖੋ ਆਹ ਸਮਾਂਤਰ ਚਤੁਰਭੁਜ ਤੁਹਾਡੇ ਕੋਲ ਤੁਹਾਨੂੰ ਦਿਖ ਰਿਹਾ ਸਾਫ ਹੀ। ਸਾਨੂੰ y ਦਾ ਮੁੱਲ ਪੁੱਛਿਆ ਜਾ ਰਿਹਾ ਬੇਟਾ, ਆਹ ਵਾਲੇ y ਦਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਮਾਂਤਰ ਚਤੁਰਭੁਜ ਦੇ ਆਮਣੇ ਸਾਹਮਣੇ ਵਾਲੇ ਕੋਣ ਬਰਾਬਰ ਹੁੰਦੇ ਨੇ। ਇਹਦਾ ਮਤਲਬ y ਵੀ ਕਿੰਨਾ ਹੋਏਗਾ? 80 ਡਿਗਰੀ ਹੀ ਹੋਏਗਾ। ਇਹਦਾ ਮਤਲਬ y ਦਾ ਮੁੱਲ ਕਿੰਨਾ ਹੋ ਗਿਆ? 80 डिग्री। कारण की लिखोगे कि समांतर चतुर्भुज के आमने सामने वाले कोण बराबर हुंदे हन। ठीक है बेटा जी। ऑपोजिट एंगल्स ऑफ पैरेललोग्राम आर इक्वल। 2 नंबर ते 2 नंबर देखो कितने सौखे से, बस थोड़ी जी नॉलेज चाहिए है। हुण अगला सवाल देखो बहुत ही सौखा, 4096 का वर्गमूल पता करो। तो देखो बेटा 4096 का वर्गमूल पता करने लिए 4096 के बनावांगे गुणनखंड। तो बेटा देखो गुणनखंड बनाने का तरीका तुहानूं याद ही होएगा, मैं तुहानूं दस्सिया सीगा। सिर्फ आप 2 का पढ़ा लै सकते हैं, भाल संख्यावां 3, 5, 7, 11 यही पहाड़े लै सकते हैं। हुण 2 की भाजयोगता की सीगी? जे अखीर दे विच 0, 2, 4, 6 की होवे, अखीर दे विच 0 आ जाए, 2 आ जाए, 4 आ जाए, 6 आ जाए जां 8 आ जाए, तो तुसीं 2 नाल ही हमेशा भाग करनी है। तो साडे कोल 6 आ गया। ਇਹਦਾ ਮਤਲਬ ਹੁਣ 4096 ਨੂੰ ਅਸੀਂ 2 ਨਾਲ ਭਾਗ ਕਰਾਂਗੇ। 2 दूनी 4, ਬਕਾਇਆ ਕੁਛ ਨਹੀਂ, ਉੱਪਰ ਉਤਾਰ ਲਿਆ 0, 0 ਦਾ ਉੱਪਰ 0 ਲੱਗ ਗਿਆ, 9 ਫਿਰ ਉਤਾਰ ਲਿਆ, 2 ਚੌਕੇ 8, ਬਕਾਇਆ 1, ਉੱਪਰ ਉਤਾਰ ਲਿਆ 6, 2 8 16। ਇਹਦਾ ਮਤਲਬ ਸਾਡੇ ਕੋਲ 2 ਨਾਲ ਭਾਗ ਕਰਕੇ ਕਿੰਨਾ ਆਇਆ? 2 0 4 8। ਇਸੇ ਤਰ੍ਹਾਂ ਇਹਦੇ ਅਖੀਰ 'ਚ ਹਜੇ ਵੀ 8 ਹੀ ਹੈ, ਫਿਰ 2 ਨਾਲ ਭਾਗ ਕਰਨੀ ਹੈ ਬੇਟਾ। भाग करके देखियो तो 1 0 2 4 आ जाएगा। फिर अखीर 4 ही है, देखो फिर 2 नाल ही भाग करना है, भाग करके 512 आएगा। फिर 2 नाल भाग ही करना है क्योंकि अखीर 2 है, तो तुहाडे कोल भाग करके आ जाएगा 256। अखीर 6 है अजे भी, फिर 2 नाल ही भाग करनी है, 128 आ जाएगा। भाग करी जाओ तुसीं। 2 नाल भाग किता 64 आ जाएगा, फिर 2 नाल भाग किता 32 आ जाएगा, फिर 2 नाल भाग किता। अखीर 'ਚ देखो ही आ रहा है ना बार बार 2 0 2 4 6 8, तो 2 नाल ही भाग करी जानी है। खत्म हो गया बेटा। हुण वर्गमूल का काम की हुंदा? देखो वर्गमूल की करना असीं इत्थे लिखांगे वर्गमूल 4096 बराबरे वर्गमूल 1 2 3 4 5 6 7 8 9 10 11 12। 2 12 वाली लिखांगे। 1 2 3 4 5 6 7 8 9 10 11 12। गलती नाल घट नाल लिख दिओ। फिर देखो एक जोड़ा बनाया, वह 2 बाहर, दूजा जोड़ा बनाया, वह भी 2 बाहर, तीजा जोड़ा बनाया, वह भी 2 बाहर, चौथा जोड़ा बनाया, वह भी 2 बाहर, 5वें जोड़ा बनाया, वह भी 2 बाहर, 6वां जोड़ा बनाया, वह भी 2 बाहर। ये लाइन नहीं भी लिखोगे चलेगा। तो फिर हम गुणा करिए। 2 दूनी 4, 4 दूनी 8, 8 दूनी 16, 16 दूनी 32,
32 दूनी गुणा करके देख लो 64। तो इस तरह साडा 2 नंबर वाला सवाल पूरा होया। देखो थोड़ा जिहा वड्डा हो गया लेकिन बहुत सौखा है वर्गमूल पता करना। सिर्फ गुणनखंड बनाने ने तो 2 दे जोड़े जिहड़े है 2 दे जोड़े का 1 2 बाहर आएगा तो गुणा करके 64 तुहाडा आंसर आ गया। तुसीं इन्ना सवाल करके आना पेपर दे विच। उम्मीद है समझ आया होगा। हुण आपां अगले सवाल पर चलते हैं। अगला सवाल बेटा 1 5 6 2 5 का घनमूल दसना बेटा। हुण घनमूल भी इस तरीके नाल कढना जिस तरह तुसीं वर्गमूल पता किया। देखो ध्यान नाल, सब तो पहलां असीं 1 5 6 2 5 के गुणनखंड बनावांगे, पर क्योंकि अखीर च 5 है इस करके इसनूं 5 नाल भाग करांगे। 5 तीए 15, बकाया कुछ नहीं, ऊपर उतार लिया 6, 5 एकम 5, बकाया 1, ऊपर उतार लिया 2, 5 दूनी 10, बकाया 2, ऊपर उतार लिया 5, 5 पंजा 25। तो इस तरह 5 नाल भाग करके साडे कोल आ गया 31 25। क्योंकि ये अखीर च फिर 5 है तो इन्हूं फिर 5 नाल ही भाग करांगे। तुसीं करके देखो तुहानूं 625 मिलेगा। फिर अखीर च 5 ही आया, 5 नाल भाग करांगे तुहानूं 125 मिलेगा। फिर 5 ही अखीर च फिर 5 नाल भाग करांगे तुहानूं 25 आ जाएगा। करके देख लो भाग। फिर 5 पंजा 25, फिर 5 एकम 5। ਇਹਦਾ मतलब ਹੁਣ ਆਪਾਂ 15 625 का घनमूल पता करना है। तो ਹੁਣ जोड़े 3 ਦੇ बनाने हैं। किन्ने दे? 3 ਦੇ। मतलब 3 का जोड़ा 1 5, 3 का जोड़ा 1 5। आंसर कितना आ गया? 5 पंजा 25 तुहाडा घनमूल आ गया। याद रखियो वर्गमूल च जोड़े 2 2 दे बनते हैं, घनमूल च जोड़े 3 3 दे बनते हैं। तो ये तुहाडा पूरा क्वेश्चन कंप्लीट है तुहाडे सामने। अगले क्वेश्चन पर चलते हैं। तो लो जी 8वां क्वेश्चन तुहाडे सामने है। व्यंजक 7x - 42 के गुणनखंड बनाओ। हुण याद रखो वही तरीका सेम जो कि तुहानूं दस्सिया सी, मैं इत्थे कर रहा। देखो 7x - 42 ये तो ट्री बनाया 7 तो x बन गया क्योंकि 7 के गुणनखंड नहीं होंगे। लेकिन 42 का जो ट्री बनाना है तो 42 के गुणनखंड बनाने पैने तुहानूं। 42 का अखीर च 2 है तो 2 नाल भाग करांगे 21 आ गया। 21 बेटा 3 दे बड़े ते जांदा है, 7 तीए 21, 7 दे बड़े ते 1 ते 42 का गुणनखंड की बने 2 बनया, 3 बनया ते 7 बनया। हुण तुसीं दसना है कि इन्हां विचों सांझी रकम किहड़ी है। देखो ध्यान नाल 7 इधर भी है 7 इधर भी है तो 7 बाहर कढ लेना है। इदां ही लिखना कॉपी ते तुसीं। फिर नैक्सट स्टैप तुसीं इस तो बाद जिहड़ा नैक्सट स्टैप लिखना है उहदे च की करना है 7 बाहर कढ लेना कॉमन। 7 नूं बाहर आवाज़ मार ली। हुण इस घर च इस वाले घर च कौन रह गया? एक्स रह गया। फिर निशान किहड़ा आ? घटाओ। तो इस घर च 2 रकमां रह गई 3 ते 2, इहनूं गुणा करनी है 3 दूनी 6। ये तुहाडा आंसर होएगा। तो देख लो कितना सौखा है। पहला जो भी गुणनखंड वाला सवाल आता है तुसीं इहदा ट्री डायग्राम बनाना है। ट्री डायग्राम पता लग गया। 7 के गुणनखंड नहीं होंगे, 7 ही रह गया, एक्स का एक्स रह गया। 42 के गुणनखंड होंगे ने 2 3 ते 7 वो लिख लिया। फिर इस तो अगे लाइन के 7 साझा सीगा दोनों चों, 7 बाहर रख लिया। 7 तो बाद ना प्लस पानी ना माइनस पानी, ब्रैकेट पानी है बस। फिर इस घर च रह गया एक्स, फिर घटाओ का निशान। तो जे रकम 1 तो ज़्यादा होणगियां तो गुणा करके लिखनी है। 8वां सवाल तुहाडा कंप्लीट हो चुका है। हुण आपां 9वें क्वेश्चन पर चलते हैं। क्वेश्चन कहता है कि एक वस्तु का अंकित मुल 1200 रुपये है जिस ते 12% का GST लगता है। तो सब तो पहला तुसीं की कढोगे? GST कढोगे। किहदे उत्ते लग रहा है? 1200 ते, है ना। तो 1200 का कितना प्रतिशत लग रहा है? 12%। आई गल समझ? किद्दां करते हैं GST? 1200 दा नूं लिखते हैं गुणा 12% हटा के थल्ले आंदा है 100। 0 नाल 0 कटिया, 0 नाल 0 कटिया, 12 नूं 12 नाल गुणा की आ गया रुपये 144। ਇਹਦਾ मतलब आ तुहाडा की है 144? GST। वैरी गुड। तो ਇਹਦਾ मतलब ਵੇਚ ਮੁੱਲ कितना होएगा? तुसीं दुकानदार नूं किन्ने पैसे दोगे? 1200 तो तुसीं देने ही सीगे ना जिहड़ी चीज़ खरीद रहे हो। तो नालों नाल 144 रुपये तुसीं होर दे रहे हो GST। ਇਹਦਾ मतलब 1200 ਦੇ ਵਿੱਚ तुसीं 144 ਨੂੰ ਕੀ ਕਰੋਗੇ? जोड़ करोगे। तो किन्ने पैसे दिते दुकानदार नूं तुसीं? 1344 रुपये तुहाडा आंसर। कितना ही सौखा सवाल सीगा। देखो पहला असीं GST पता किया तो फिर असीं वेच मुल पता किया। 9वां क्वेश्चन कंप्लीट हो चुका है। हुण आपां 10वें क्वेश्चन पर चलते हैं।
14 मीटर ਉੱਚੇ ਇੱਕ ਬਿਜਲੀ ਦਾ ਖੰਭਾ ਜਿਸ ਦਾ ਪਰਛਾਵਾਂ 10 ਮੀਟਰ ਹੈ, ਸਮਾਨ ਸਥਿਤੀ ਵਿੱਚ ਉਸ ਰੁੱਖ ਦੀ ਉਚਾਈ ਪਤਾ ਕਰੋ ਜਿਸ ਦਾ ਪਰਛਾਵਾਂ 15 ਮੀਟਰ ਹੈ। ਧਿਆਨ ਨਾਲ ਸਮਝਣਾ ਕੁਐਸਚਨ। ਦੇਖੋ ਬੇਟਾ, ਇਹਨੂੰ ਪੜ੍ਹਨ ਦਾ ਬਹੁਤ ਹੀ ਸੌਖਾ ਢੰਗ ਦੇ ਰਿਹਾ ਤੁਹਾਨੂੰ। ਦੇਖੋ 14 ਮੀਟਰ ਕੀ ਹੈ, ਖੰਭੇ ਦੀ ਉਚਾਈ ਹੈ ਨਾ, ਤੇ ਅਸੀਂ ਇੱਥੇ ਲਿਖਣਾ ਹੈ ਖੰਭੇ ਦੀ ਉਚਾਈ ਤੇ ਪਰਛਾਵਾਂ, ਦੋ ਹੀ ਗੱਲਾਂ ਕਰ ਰਿਹਾ। ਖੰਭੇ ਦੀ ਉਚਾਈ ਹੈ 14 ਮੀਟਰ, ਪਰਛਾਵਾਂ ਹੈ 10 ਮੀਟਰ। ਠੀਕ ਹੈ, ਇਸ ਤਰ੍ਹਾਂ ਅਸੀਂ ਡੱਬਾ ਬਣਾ ਲੈਣਾ ਹੈ ਕਾਪੀ ਦੇ ਉੱਤੇ। ਹੁਣ ਦੇਖੋ ਸਮਾਨ ਸਥਿਤੀ ਵਿੱਚ ਰੁੱਖ ਦੀ ਉਚਾਈ ਪਤਾ ਕਰਨੀ ਹੈ, ਤਾਂ ਉਚਾਈ ਦੇ ਖਾਨੇ ਵਿੱਚ ਪਤਾ ਕਰਨਾ ਦਾ ਮਤਲਬ x ਲਗਾ ਦੇਣਾ ਹੈ, ਤੇ ਪਰਛਾਵਾਂ 15 ਹੈ ਤਾਂ ਪਰਛਾਵੇਂ ਦੇ ਖਾਨੇ ਵਿੱਚ 15 ਲਿਖ ਦੇਣਾ ਹੈ। ਆਈ ਗੱਲ ਸਮਝ ਕਿਸ ਤਰ੍ਹਾਂ ਡੱਬਾ ਬਣਾਇਆ ਬੇਟਾ। 14 ਮੀਟਰ ਕੀ ਸੀ ਉਚਾਈ ਸੀਗੀ, ਤੇ ਉਚਾਈ ਦੇ ਖਾਨੇ ਵਿੱਚ 14 ਲਿਖਣਾ ਹੈ, ਤੇ 10 ਮੀਟਰ ਕੀ ਸੀ ਪਰਛਾਵਾਂ ਸੀਗਾ, ਤਾਂ 10 ਮੀਟਰ ਪਰਛਾਵੇਂ ਦੇ ਖਾਨੇ 'ਚ ਲਿਖਣਾ ਹੈ। ਇਹ ਹੋ ਗਈ ਤੁਹਾਡੀ ਖੰਭੇ ਦੀ ਗੱਲ। ਇੱਥੇ ਆ ਗਿਆ ਖੰਭਾ, ਇੱਥੇ ਆ ਗਿਆ ਪੇੜ ਰੁੱਖ। ਹੁਣ ਰੁੱਖ ਦੀ ਉਚਾਈ ਇੰਨੀ ਆ ਤੇ ਪਰਛਾਵਾਂ ਇੰਨਾ ਹੈ। ਉਚਾਈ ਨਹੀਂ ਸੀ ਪਤਾ x ਮੰਨ ਲਈ। ਹੁਣ ਤੁਹਾਨੂੰ ਇਹ ਤਾਂ ਪਤਾ ਹੀ ਹੋਗਾ, ਜਿੰਨਾ ਖੰਭਾ ਵਧਾਉਂਗੇ, ਜਿੰਨਾ ਖੰਭਾ ਵੱਡਾ ਹੁੰਦਾ ਜਾਏਗਾ ਪਰਛਾਈ ਵੀ ਵੱਡੀ ਹੁੰਦੀ ਜਾਏਗੀ, ਜਿੰਨਾ ਖੰਭਾ ਛੋਟਾ ਹੁੰਦਾ ਜਾਏਗਾ ਪਰਛਾਈ ਵੀ ਛੋਟੀ ਹੁੰਦੀ ਜਾਏਗੀ। ਇਹਦਾ ਮਤਲਬ ਇਹ ਕਿਹੜਾ ਅਨੁਪਾਤ ਹੈ, ਸਿੱਧਾ ਅਨੁਪਾਤ ਹੈ। ਇੱਥੇ ਲਿਖਣਾ ਤੁਸੀਂ ਕਿ ਇਹ ਕਿਹੜਾ ਅਨੁਪਾਤ ਹੈ, ਸਿੱਧਾ ਅਨੁਪਾਤ ਹੈ। ਇਸ ਕਰਕੇ ਸਿੱਧੇ ਅਨੁਪਾਤ ਵਿੱਚ ਕੀ ਕਰਦੇ ਹਾਂ ਅਸੀਂ, ਤਿਰਛੀ ਗੁਣਾ ਕਰਦੇ ਹਾਂ। 10 ਗੁਣਾ x ਬਰਾਬਰ 14 ਗੁਣਾ 15। ਯਾਦ ਰੱਖਣਾ ਹੈ, ਸਿੱਧੇ ਅਨੁਪਾਤ 'ਚ ਕੀ ਕਰਦੇ ਹਾਂ, ਤਿਰਛੀ ਗੁਣਾ ਕਰਦੇ ਹਾਂ ਬੇਟਾ। ਫਿਰ x ਇੱਧਰ ਹੀ ਰਹਿ ਗਿਆ। ਪਹਿਲਾਂ 10 ਗੁਣਾ x ਤਾਂ 10x ਹੋ ਗਿਆ। 14 ਨੂੰ 15 ਨਾਲ ਗੁਣਾ ਕਰੋ, 15 ਨੂੰ 14 ਨਾਲ ਗੁਣਾ ਕਰਕੇ ਦੇਖ ਲੈਂਦੇ ਹਾਂ। 15 ਚੌਕੇ 60 ਤੇ 15 210 ਹੋ ਗਿਆ। ਤਾਂ x ਕਿੰਨਾ ਆ ਗਿਆ, 210 ਬਟਾ 10, 10 0 ਕੱਟੇ ਗਏ, ਤੇ x ਆ ਗਿਆ ਤੁਹਾਡਾ 21 ਮੀਟਰ। ਇਹ ਤੁਹਾਡਾ ਇਸ ਸਵਾਲ ਦਾ ਆਨਸਰ ਹੋ ਗਿਆ। 10ਵਾਂ ਕੁਐਸਚਨ ਵੀ ਤੁਹਾਡਾ ਕੰਪਲੀਟ ਹੋ ਚੁੱਕਾ ਹੈ। ਉਮੀਦ ਹੈ ਸਮਝ ਆਈ ਹੋਏਗੀ। 11ਵਾਂ ਕੁਐਸਚਨ ਦੇਖੋ, ਉਚਿਤ ਤਤਸਮਕ ਵਰਤੋਂ ਕਰਦੇ ਹੋਏ 2y+5 2y+5 ਦਾ ਮੁੱਲ ਪਤਾ ਕਰਨਾ ਹੈ। ਦੇਖੋ ਬੇਟਾ 2y+5 2y+5 ਜਿਹਨੂੰ ਅਸੀਂ 2y+5 ਦੀ ਘਾਤ 2 ਲਿਖ ਸਕਦੇ ਹਾਂ, ਕਿਉਂਕਿ ਸੇਮ ਹੈ। 2y ਵੀ ਸੇਮ ਹੈ, 5 ਵੀ ਸੇਮ ਹੈ, ਤੇ ਨਿਸ਼ਾਨ ਵੀ ਸੇਮ ਹੈ। ਤੇ ਇਹਦੇ ਵਿੱਚ ਕੀ ਕਰਨਾ ਹੁੰਦਾ, ਅਸੀਂ ਜਦੋਂ ਘਾਤ 2 ਲੱਗੀ ਹੋਵੇ ਪੂਰੇ ਦੇ ਉੱਪਰ, ਤਾਂ ਪਹਿਲੀ ਬ੍ਰੈਕਟ ਦੇ ਉੱਪਰ ਘਾਤ 2, ਫਿਰ ਇੱਕ ਹੋਰ ਬ੍ਰੈਕਟ ਦੇ ਉੱਪਰ ਘਾਤ 2, ਫਿਰ ਜਮਾ 2ab। ਇਹ ਫਾਰਮੈਟ ਯਾਦ ਕਰ ਲਓ, a ਜਮਾ b ਦੀ ਘਾਤ 2 ਦਾ ਫਾਰਮੂਲਾ a ਦੀ 2 ਜਮਾ b ਦੀ 2 ਜਮਾ 2ab। ਪਹਿਲੇ ਖਾਨੇ ਵਿੱਚ ਕੀ ਲਿਖਣਾ ਹੈ, ਪਹਿਲੀ ਰਕਮ 2y, ਦੂਜੇ ਖਾਨੇ ਵਿੱਚ ਦੂਜੀ ਰਕਮ 5। ਪਹਿਲੇ ਖਾਨੇ ਵਿੱਚ ਪਹਿਲੀ ਰਕਮ, ਦੂਜੇ ਖਾਨੇ ਵਿੱਚ ਦੂਜੀ ਰਕਮ। ਹੁਣ ਘਾਤ 2 ਪਹਿਲਾਂ 2 ਨੂੰ ਦਿੱਤੀ, 2 ਦੂਣੀ 4, y ਨੂੰ ਦਿੱਤੀ ਘਾਤ 2 ਲੱਗ ਗਿਆ। 5 ਨੂੰ 2 ਦੇਣਾ ਦਾ ਮਤਲਬ ਹੁੰਦਾ 5 5 25, 5 ਦੂਣੀ 10 ਤੇ y। ਇਹ ਤੁਹਾਡਾ ਇਸ ਸਵਾਲ ਦਾ ਆਨਸਰ ਵੀ ਆ ਗਿਆ। 2 ਨੰਬਰ ਦੇ ਸਵਾਲ ਕਿੰਨੇ ਸੌਖੇ ਸੀ ਤੁਸੀਂ ਦੇਖ ਸਕਦੇ ਹੋ। ਤੇ ਸਾਡੀ ਇਸ ਵੀਡੀਓ ਦੇ ਵਿੱਚ ਭਾਗ ਐੜਾ ਵੀ ਕੰਪਲੀਟ ਹੋ ਚੁੱਕਾ ਹੈ। ਹੁਣ ਆਪਾਂ ਇਸ ਪੇਪਰ ਦੇ ਵਿੱਚ 48 ਨੰਬਰ ਦੀ ਤਿਆਰੀ ਕਰ ਚੁੱਕੇ ਹਾਂ ਬੇਟਾ। ਵੀਡੀਓ ਨੂੰ ਜ਼ਿਆਦਾ ਵੱਡਾ ਨਾ ਕਰਦੇ ਹੋਏ ਮੈਂ ਇੱਥੇ ਸਟਾਪ ਕਰਨਾ ਚਾਹੂੰਗਾ ਕਿ ਭਾਗ ਈੜੀ ਤੇ ਸੱਸਾ ਜਿਹੜਾ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਜਾਏਗਾ। ਉਹਦੇ ਵਿੱਚ ਤੁਹਾਡੇ ਜਿਹੜਾ ਪੇਪਰ ਦੇ ਨੰਬਰ ਹੋਣਗੇ 32 ਨੰਬਰ ਹੋਣਗੇ, ਇੱਕ 20 ਨੰਬਰ ਦਾ ਭਾਗ ਈੜੀ ਤੇ 12 ਨੰਬਰ ਦਾ ਭਾਗ ਸੱਸਾ। ਪਰ ਇਸ ਪੀਰੀਅਡ 'ਚ ਤੁਸੀਂ 48 ਨੰਬਰ ਪੂਰੇ ਪੱਕੇ ਕੀਤੇ ਨੇ। ਇਸ ਤੋਂ ਇਲਾਵਾ ਬੇਟਾ ਜੇਕਰ 8ਵੀਂ ਕਲਾਸ ਦੇ ਕਿਸੇ ਵੀ ਚੈਪਟਰ ਦੀ ਵੀਡੀਓਜ਼, ਕਿਸੇ ਵੀ ਚੈਪਟਰ ਨਾਲ ਸੰਬੰਧਿਤ ਕੋਈ ਕੁਐਸਚਨ ਦੀ ਵੀਡੀਓ ਜਾਂ ਐਕਟੀਵਿਟੀਜ਼, ਪ੍ਰੈਕਟੀਕਲ ਫਾਈਲ ਬਣਾਉਣ ਵਾਸਤੇ ਐਕਟੀਵਿਟੀਜ਼ ਦੀ ਵੀਡੀਓ ਦੀ ਲੋੜ ਹੋਵੇ, ਤੁਸੀਂ ਮੈਨੂੰ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ WhatsApp 'ਤੇ, ਤੁਹਾਨੂੰ ਪ੍ਰੋਵਾਈਡ ਹੋ ਜਾਏਗਾ। ਠੀਕ ਹੈ, 6ਵੀਂ ਤੋਂ ਲੈ ਕੇ 10ਵੀਂ ਤੱਕ ਕੋਈ ਵੀ ਮੈਥ ਵਿਸ਼ੇ ਨਾਲ ਰਿਲੇਟਡ ਚੀਜ਼ ਚਾਹੀਦੀ ਹੈ ਤੇ ਤੁਹਾਨੂੰ ਇਸ ਨੰਬਰ 'ਤੇ ਮੈਸੇਜ ਕਰਕੇ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਫ੍ਰੀ ਆਫ ਕਾਸਟ। ਤੇ ਮੇਰੇ ਚੈਨਲ ਨੂੰ ਬੇਟਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਦਿਓ, ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਫ਼ੋਨ 'ਤੇ ਆਪਣੇ ਆਪ ਹੀ ਸ਼ੋ ਹੋ ਸਕੇ। ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਬੇਟਾ ਆਪਣੇ ਫਰੈਂਡ ਦੇ ਨਾਲ, ਤੇ ਲਾਈਕ ਕਰਨਾ ਨਾ ਭੁੱਲਿਓ, ਤੇ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਸਮਝ ਆ ਰਿਹਾ ਕਿ ਨਹੀਂ ਆ ਰਿਹਾ।